ਸਤਿ ਸ਼੍ਰੀ ਅਕਾਲ। ਤੁਸੀਂ ਵੇਖ ਰਹੇ ਹੋ ਟੀਵੀ ਪੰਜਾਬ ਤੇ ਮੈਂ ਹਾਂ ਤੁਹਾਡੇ ਨਾਲ ਇੰਦਰਪ੍ਰੀਤ ਕੌਰ ਪੰਨੂ। ਖਬਰਾਂ ਦੇ ਇਸ ਬੁਲੇਟਿਨ ਦੇ ਵਿੱਚ ਤੁਹਾਡਾ ਸਵਾਗਤ ਹੈ। ਸਭ ਤੋਂ ਪਹਿਲਾਂ ਝਾਤ ਮਾਰਦੇ ਹਾਂ ਅੱਜ ਦੀਆਂ ਚੋਣਵੀਆਂ ਖਬਰਾਂ ਦੇ ਉੱਪਰ। ਟੋਰਾਂਟੋ ਤੇ ਵੈਂਕੂਵਰ ਆਉਣ ਵਾਲੀ ਯਾਤਰੀਆਂ ਨੂੰ ਜੁਰਮਾਨੇ, 500 ਤੋਂ ਵੱਧ ਯਾਤਰੀਆਂ ਨੂੰ ਟਿਕਟਾਂ ਜਾਰੀ। ਮੈਕਸੀਕੋ ਸਿਟੀ ਹਾਦਸੇ ਦੇ ਉੱਪਰ ਟਰੂਡੋ ਵੱਲੋਂ ਦੁੱਖ ਦਾ ਪ੍ਰਗਟਾਵਾ, ਪੀੜਤਾਂ ਦੇ ਪਰਿਵਾਰ ਦੇ ਨਾਲ ਕੀਤਾ ਦੁੱਖ ਸਾਂਝਾ। ਪ੍ਰਵਾਸੀ ਕਾਮਿਆਂ ਤੇ ਅੰਤਰਰਾਸ਼ਟਰੀ ਵਿਦਿਆਰਥੀ ਨਵੇਂ ਇਮੀਗ੍ਰੇਸ਼ਨ ਪ੍ਰੋਗਰਾਮ ਤੋਂ ਬਾਹਰ, ਕਈਆਂ ਨੂੰ ਆ ਰਹੀਆਂ ਪਰੇਸ਼ਾਨੀਆਂ, ਸਰਵੇ ਦੇ ਵਿੱਚ ਹੋਇਆ ਖੁਲਾਸਾ। ਸਰੀ 'ਚ ਬੰਦ ਹੋਏ 16 ਕਾਰੋਬਾਰ, ਕਰੋਨਾ ਮਾਮਲੇ ਆਉਣ ਤੋਂ ਬਾਅਦ ਕੀਤੇ ਬੰਦ। ਹੁਣ ਬ੍ਰਿਟੇਨ ਜਾਣ ਦਾ ਭਾਰਤੀਆਂ ਦੇ ਕੋਲ ਸੁਨਹਿਰੀ ਮੌਕਾ, ਕਈ ਗੈਰ ਕਾਨੂੰਨੀ ਰਹਿਣ ਵਾਲੇ ਆਉਣਗੇ ਭਾਰਤ ਵਾਪਸ। ਲੈਂਗਲੀ ਦੇ ਵਿੱਚ ਚੱਲੀਆਂ ਗੋਲੀਆਂ, ਵਿਅਕਤੀ ਦੀ ਹਾਲਤ ਗੰਭੀਰ। ਟੋਰਾਂਟੋ ਅਤੇ ਵੈਂਕੂਵਰ 에ਅਰਪੋਰਟ ਦੇ ਉੱਪਰ ਆਉਣ ਵਾਲੇ ਕਈ ਯਾਤਰੀ ਅਜਿਹੇ ਨੇ ਜਿਨ੍ਹਾਂ ਨੂੰ ਜੁਰਮਾਨਾ ਲਗਾਇਆ ਗਿਆ। ਇਹ ਜੁਰਮਾਨਾ ਉਹਨਾਂ ਨੂੰ ਇਸ ਕਰਕੇ ਲੱਗਿਆ ਕਿਉਂਕਿ ਉਹਨਾਂ ਵੱਲੋਂ ਕੁਆਰੰਟੀਨ ਦੇ ਨਿਯਮਾਂ ਦਾ ਉਲੰਘਣ ਕੀਤਾ ਗਿਆ। ਜਾਣਕਾਰੀ ਦਿੱਤੀ ਗਈ ਹੈ ਕਿ 500 ਦੇ ਕਰੀਬ ਅਜਿਹੇ ਯਾਤਰੀ ਸਨ ਜਿਨ੍ਹਾਂ ਵੱਲੋਂ ਇਹਨਾਂ ਨਿਯਮ ਦਾ ਉਲੰਘਣ ਕੀਤਾ ਗਿਆ, ਜਿਸ ਦੇ ਚੱਲਦਿਆਂ ਉਹਨਾਂ ਨੂੰ ਟਿਕਟਾਂ ਜਾਰੀ ਕੀਤੀਆਂ ਗਈਆਂ ਹਨ। ਵੈਨਕੂਵਰ ਅਤੇ ਟੋਰਾਂਟੋ ਦੇ 에ਅਰਪੋਰਟ ਦੇ ਉੱਪਰ ਲੈਂਡ ਹੋਣ ਵਾਲੇ 500 ਦੇ ਕਰੀਬ 에ਅਰ ਪੈਸੇਂਜਰਸ ਨੂੰ ਹੋਟਲ ਕੁਆਰੰਟੀਨ ਦੇ ਨਿਯਮ ਤੋੜਨ ਦੇ ਉੱਪਰ ਜੁਰਮਾਨਾ ਲਗਾਇਆ ਗਿਆ। ਫੈਡਰਲ ਸਰਕਾਰ ਵੱਲੋਂ ਫਰਵਰੀ ਮਹੀਨੇ ਤੋਂ ਹੁਣ ਤੱਕ ਕਈ ਅਜਿਹੇ ਲੋਕ ਨੇ ਜਿਨ੍ਹਾਂ ਨੂੰ ਜੁਰਮਾਨਾ ਲਗਾਇਆ ਗਿਆ। ਅਜੇ ਤੱਕ ਸਰਕਾਰ ਵੱਲੋਂ ਇਹ ਸਪਸ਼ਟ ਅੰਕੜੇ ਤਾਂ ਸਾਂਝੇ ਨਹੀਂ ਕੀਤੇ ਗਏ ਕਿ ਕਿੰਨੇ ਅਜਿਹੇ ਪੈਸੇਂਜਰ ਸਨ ਜਿਨ੍ਹਾਂ ਨੂੰ ਕੈਨੇਡਾ ਪਹੁੰਚਣ ਦੇ ਉੱਪਰ ਨਿਯਮ ਉਲੰਘਣ ਕਰਨ ਦੇ ਚੱਲਦਿਆਂ ਜੁਰਮਾਨੇ ਲਗਾਏ ਗਏ। ਪਬਲਿਕ ਹੈਲਥ ਏਜੰਸੀ ਆਫ ਕੈਨੇਡਾ ਵੱਲੋਂ ਇਸ ਸੰਬੰਧੀ ਜਾਣਕਾਰੀ ਦਿੱਤੀ ਗਈ, ਜਿੱਥੇ ਉਹਨਾਂ ਨੇ ਦੱਸਿਆ ਕਿ 513 ਦੇ ਕਰੀਬ ਲੋਕਾਂ ਨੂੰ ਟਿਕਟਾਂ ਇਸ਼ੂ ਕੀਤੀਆਂ ਗਈਆਂ, ਜਾਣੀ ਕਿ ਜਾਰੀ ਕੀਤੀਆਂ ਗਈਆਂ, ਜੋ ਕਿ ਫਰਵਰੀ 22 ਅਤੇ ਅਪ੍ਰੈਲ 25 ਦੇ ਵਿਚਕਾਰ ਦੀਆਂ ਦੱਸੀਆਂ ਗਈਆਂ। ਏਜੰਸੀ ਦੇ ਮੁਤਾਬਕ ਕੈਲਗਰੀ ਅਤੇ ਮੌਂਟਰੀਅਲ ਦੇ ਜਿਹੜੇ ਨਿਯਮ ਨੇ ਉਹ ਕੁਝ ਵੱਖਰੇ ਹਨ। ਇਸੇ ਦੇ ਚੱਲਦਿਆਂ ਉੱਥੇ ਕਿੰਨੇ ਲੋਕਾਂ ਨੂੰ ਟਿਕਟ ਜਾਰੀ ਹੋਈ ਹੈ, ਇਹ ਅਜੇ ਉਹਨਾਂ ਵੱਲੋਂ ਨਹੀਂ ਦੱਸਿਆ ਗਿਆ। ਦੱਸੀਏ ਕਿ ਕੈਨੇਡਾ ਦੇ ਵਿੱਚ ਜਿਹੜਾ ਵੀ ਹੋਟਲ ਕੁਆਰੰਟੀਨ ਦੇ ਨਿਯਮ ਦਾ ਉਲੰਘਣ ਕਰਦਾ ਹੈ ਉਸ ਨੂੰ $2000 ਦਾ ਜੁਰਮਾਨਾ ਲਗਾਇਆ ਜਾਂਦਾ ਹੈ। ਫਰਵਰੀ 22 ਤੋਂ ਹੀ ਕੈਨੇਡਾ ਸਰਕਾਰ ਵੱਲੋਂ ਨਵੇਂ ਨਿਯਮ ਐਲਾਨੇ ਗਏ ਤਾਂ ਕਿ ਕੋਰੋਨਾ ਵਾਇਰਸ ਦੇ ਫੈਲਾਅ ਨੂੰ ਘੱਟ ਕੀਤਾ ਜਾਵੇ। ਇਸ ਦੇ ਚੱਲਦਿਆਂ ਆਉਣ ਵਾਲੇ ਪੈਸੇਂਜਰ ਨੂੰ 3 ਦਿਨਾਂ ਦੇ ਲਈ ਹੋਟਲ ਦੇ ਵਿੱਚ ਲਾਜ਼ਮੀ ਤੌਰ ਦੇ ਉੱਪਰ ਕੁਆਰੰਟੀਨ ਕਰਨਾ ਪੈਂਦਾ ਹੈ, ਜੋ ਕਿ ਪੈਸੇਂਜਰ ਵੱਲੋਂ ਆਪਣੇ ਖਰਚੇ ਦੇ ਉੱਪਰ ਕੀਤਾ ਜਾਂਦਾ ਹੈ। ਕੈਨੇਡਾ ਪਹੁੰਚਣ ਦੇ ਉੱਪਰ ਯਾਤਰੀ ਦਾ ਕੋਰੋਨਾ ਟੈਸਟ ਕੀਤਾ ਜਾਂਦਾ ਹੈ। ਜੇਕਰ ਉਸ ਦੀ ਰਿਪੋਰਟ ਨੈਗੇਟਿਵ ਆਵੇ ਤਾਂ ਉਸਨੇ ਬਾਕੀ ਦਿਨ ਆਪਣੇ ਘਰ ਦੇ ਵਿੱਚ ਕੁਆਰੰਟੀਨ ਕਰਨਾ ਹੁੰਦਾ ਹੈ। ਜੇਕਰ ਰਿਪੋਰਟ ਪੋਜ਼ਿਟਿਵ ਆਈ ਤਾਂ ਸਰਕਾਰੀ ਥਾਂ ਦੇ ਉੱਪਰ ਉਸਨੂੰ ਆਈਸੋਲੇਟ ਕਰਨਾ ਪੈਂਦਾ ਹੈ। ਜਾਣਕਾਰੀ ਦੇ ਮੁਤਾਬਕ ਫਰਵਰੀ 22 ਤੋਂ ਲੈ ਕੇ ਅਪ੍ਰੈਲ 23 ਤੱਕ ਅਜਿਹੇ 1.9% ਲੋਕ ਸਨ ਜਿਹੜੇ ਕਿ ਕੈਨੇਡਾ ਪਹੁੰਚੇ ਅਤੇ ਉਹਨਾਂ ਦਾ ਕੋਰੋਨਾ ਟੈਸਟ ਕੀਤਾ ਗਿਆ ਤੇ ਉਹ ਪੋਜ਼ਿਟਿਵ ਪਾਏ ਗਏ। ਮੈਟਰੋ ਸਿਟੀ ਦੇ ਵਿੱਚ ਜੋ ਹਾਦਸਾ ਵਾਪਰਿਆ ਉਸ ਦੇ ਉੱਪਰ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੱਲੋਂ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ। ਉਹਨਾਂ ਇਸ ਸੰਬੰਧੀ ਟਵੀਟ ਕੀਤਾ, ਜਿੱਥੇ ਉਹਨਾਂ ਨੇ तमाम ਪੀੜਤਾਂ ਦੇ ਨਾਲ ਹਮਦਰਦੀ ਦਿਖਾਈ ਹੈ। ਪਰਿਵਾਰਾਂ ਤੇ ਦੋਸਤਾਂ ਦੇ ਨਾਲ ਵੀ ਇਸ ਸੰਬੰਧੀ ਅਫਸੋਸ ਕੀਤਾ ਗਿਆ। ਨਾਲ ਹੀ ਉਹਨਾਂ ਨੇ ਕਿਹਾ ਕਿ ਜਿਹੜੇ ਇਸ ਦੌਰਾਨ ਜ਼ਖਮੀ ਹੋਏ ਨੇ, ਮੈਂ ਕਾਮਨਾ ਕਰਦਾ ਹਾਂ ਕਿ ਜਲਦ ਤੋਂ ਜਲਦ ਉਹ ਸਿਹਤਯਾਬ ਹੋਣਗੇ। ਮੈਕਸੀਕੋ ਸਿਟੀ ਦੇ ਵਿੱਚ ਜੋ ਹਾਦਸਾ ਵਾਪਰਿਆ ਉਸ ਦੇ ਉੱਪਰ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੱਲੋਂ ਵੀ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ। ਪ੍ਰਧਾਨ ਮੰਤਰੀ ਟਰੂਡੋ ਨੇ ਇਸ ਸੰਬੰਧੀ ਟਵੀਟ ਕੀਤਾ, ਜਿੱਥੇ ਉਹਨਾਂ ਨੇ ਜਿਹੜੇ ਲੋਕ ਇਸ ਘਟਨਾ ਦੇ ਵਿੱਚ ਜ਼ਖਮੀ ਹੋਏ ਉਹਨਾਂ ਦੇ ਜਲਦ ਹੀ ਠੀਕ ਹੋਣ ਦੀ ਕਾਮਨਾ ਕੀਤੀ ਹੈ। ਦਰਅਸਲ ਮੈਕਸੀਕੋ ਸਿਟੀ ਦੇ ਵਿੱਚ ਮੈਟਰੋ ਪੁਲ ਦਾ ਖੰਭਾ ਡਿੱਗ ਗਿਆ। ਇਸ ਹਾਦਸੇ ਦੇ ਵਿੱਚ 23 ਜਣਿਆਂ ਦੀ ਮੌਤ ਹੋਈ ਅਤੇ 79 ਜਣੇ ਜ਼ਖਮੀ ਹੋਏ ਹਨ। ਸੁਰੱਖਿਆ ਏਜੰਸੀ ਵੱਲੋਂ ਇਸ ਸੰਬੰਧੀ ਜਾਣਕਾਰੀ ਟਵਿੱਟਰ ਦੇ ਉੱਪਰ ਸਾਂਝੀ ਕੀਤੀ ਗਈ। ਇਸ ਹਾਦਸੇ ਦੇ ਵਿੱਚ ਜਿਹੜੇ ਵੀ ਜ਼ਖਮੀ ਹੋਏ ਉਹਨਾਂ ਨੂੰ ਤੁਰੰਤ ਇਲਾਜ ਦੇ ਲਈ ਹਸਪਤਾਲ ਲੈ ਕੇ ਜਾਇਆ ਗਿਆ। ਇਸ ਮਾਮਲੇ ਦੀ ਜਾਣਕਾਰੀ ਮੈਕਸੀਕੋ ਸਿਟੀ ਦੀ ਮੇਅਰ ਵੱਲੋਂ ਸਾਂਝੀ ਕੀਤੀ ਗਈ। ਉਹਨਾਂ ਨੇ ਦੱਸਿਆ ਕਿ ਪੁਲ ਦਾ ਖੰਭਾ ਡਿੱਗਣ ਦੇ ਨਾਲ ਹਾਦਸਾ ਵਾਪਰਿਆ। ਖੰਭਾ ਡਿੱਗਣ ਦੇ ਨਾਲ ਪੁਲ ਦਾ ਇੱਕ ਹਿੱਸਾ ਸੜਕ ਤੇ ਡਿੱਗ ਪਿਆ, ਜਿਸ ਦੇ ਨਾਲ ਮਲਬੇ ਹੇਠਾਂ ਕਈ ਕਾਰਾਂ ਦਬ ਗਈਆਂ। ਇਹ ਹਾਦਸਾ ਰਾਤ ਨੂੰ 10 ਵਜੇ ਦੇ ਕਰੀਬ ਵਾਪਰਿਆ। ਇਸ ਦੀ ਵੀਡੀਓ ਵੀ ਸਾਹਮਣੇ ਆਈ ਹੈ, ਜਿਸ ਦੇ ਵਿੱਚ ਦੇਖਿਆ ਜਾ ਸਕਦਾ ਹੈ ਕਿ ਟ੍ਰੇਨ ਦਾ ਇੱਕ ਹਿੱਸਾ ਨੁਕਸਾਨਿਆ ਗਿਆ ਹੈ। ਇਸ ਦੌਰਾਨ ਰੈਸਕਿਊ ਆਪਰੇਸ਼ਨ ਚਲਾਇਆ ਗਿਆ, ਜਿਸ ਦੇ ਵਿੱਚ ਕਈ ਲੋਕਾਂ ਨੂੰ ਬਾਹਰ ਕੱਢਿਆ ਗਿਆ ਜਿਹੜੇ ਕਿ ਮਲਬੇ ਹੇਠਾਂ ਦੱਬੇ ਹੋਏ ਸਨ। ਦੱਸੀਏ ਕਿ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੱਲੋਂ ਵੀ ਇਸ ਸੰਬੰਧੀ ਜੋ ਟਵੀਟ ਕੀਤਾ ਗਿਆ ਉਸ ਦੇ ਵਿੱਚ ਉਹਨਾਂ ਨੇ ਕਿਹਾ ਕਿ ਉਹ ਮੈਕਸੀਕੋ ਸਿਟੀ ਦੇ ਲੋਕਾਂ ਦੇ ਨਾਲ ਹਨ। ਟਰੂਡੋ ਵੱਲੋਂ ਜਿਹੜੇ ਇਸ ਦੌਰਾਨ ਵਿਕਟਮ ਸਨ ਉਹਨਾਂ ਦੇ ਪਰਿਵਾਰਕ ਅਤੇ ਦੋਸਤਾਂ ਮਿੱਤਰਾਂ ਦੇ ਨਾਲ ਵੀ ਦੁੱਖ ਸਾਂਝਾ ਕੀਤਾ ਗਿਆ। ਉਹਨਾਂ ਨੇ ਕਿਹਾ ਹੈ ਕਿ ਜਿਹੜੇ ਵੀ ਇਸ ਹਾਦਸੇ ਦੇ ਵਿੱਚ ਜ਼ਖਮੀ ਹੋਏ ਉਹਨਾਂ ਦੀ ਜਲਦ ਹੀ ਸਿਹਤ ਠੀਕ ਹੋਵੇ, ਜਾਣੀ ਕਿ ਉਹਨਾਂ ਦੀ ਚੰਗੀ ਸਿਹਤ ਦੀ ਕਾਮਨਾ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੱਲੋਂ ਕੀਤੀ ਗਈ।
ਕੈਨੇਡਾ ਵੱਲੋਂ ਇਮੀਗ੍ਰੇਸ਼ਨ ਦੇ ਨਾਲ ਸੰਬੰਧਿਤ ਨਵੇਂ ਪ੍ਰੋਗਰਾਮ ਦਾ ਐਲਾਨ ਕੀਤਾ ਗਿਆ, ਜਿਸ ਦੀ ਸ਼ੁਰੂਆਤ ਮਈ 6 ਤੋਂ ਹੋਣ ਜਾ ਰਹੀ ਹੈ। ਇਸ ਦੇ ਤਹਿਤ 90,000 ਦੇ ਕਰੀਬ ਅਸੈਂਸ਼ੀਅਲ ਵਰਕਰ ਅਤੇ ਇੰਟਰਨੈਸ਼ਨਲ ਗ੍ਰੈਜੂਏਟਸ ਨੂੰ ਕੈਨੇਡਾ ਦੇ ਵਿੱਚ ਪੀਆਰ ਹਾਸਲ ਕਰਨ ਦਾ ਮੌਕਾ ਮਿਲੇਗਾ। ਪਰ ਉਧਰ ਇੱਕ ਇਸ ਦੇ ਨਾਲ ਸੰਬੰਧਿਤ ਸਰਵੇ ਕਰਵਾਇਆ ਗਿਆ, ਜਿਸ ਦੇ ਵਿੱਚ ਇਹ ਸਾਹਮਣੇ ਆਇਆ ਹੈ ਕਿ ਜਿਹੜੇ ਮਾਈਗ੍ਰੈਂਟ ਵਰਕਰ ਅਤੇ ਇੰਟਰਨੈਸ਼ਨਲ ਗ੍ਰੈਜੂਏਟਸ ਨੇ, ਉਹਨਾਂ ਨੂੰ ਕਾਫੀ ਜ਼ਿਆਦਾ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਵੱਡੀ ਗਿਣਤੀ ਦੇ ਵਿੱਚ ਅਜਿਹੇ ਜਿਹੜੇ ਕਾਫੀ ਮਾਈਗ੍ਰੈਂਟ ਵਰਕਰਸ ਅਤੇ ਇੰਟਰਨੈਸ਼ਨਲ ਗ੍ਰੈਜੂਏਟਸ ਨੇ, ਜਿਨ੍ਹਾਂ ਨੂੰ ਇਸ ਪ੍ਰੋਗਰਾਮ ਦੇ ਵਿੱਚੋਂ ਬਾਹਰ ਰੱਖਿਆ ਗਿਆ। ਸਾਰੀ ਜਾਣਕਾਰੀ ਦੱਸਾਂਗੇ ਇਸ ਖਬਰ ਦੇ ਵਿੱਚ। ਇੱਕ ਸਰਵੇ ਦੇ ਵਿੱਚ ਇਹ ਖੁਲਾਸਾ ਹੋਇਆ ਹੈ ਕਿ ਸਰਕਾਰ ਦੇ ਨਵੇਂ ਇਮੀਗ੍ਰੇਸ਼ਨ ਪ੍ਰੋਗਰਾਮ ਦੇ ਨਾਲ ਮਾਈਗ੍ਰੈਂਟ ਵਰਕਰਸ, ਇੰਟਰਨੈਸ਼ਨਲ ਸਟੂਡੈਂਟਸ ਨੂੰ ਕਈ ਤਰ੍ਹਾਂ ਦੀਆਂ ਪਰੇਸ਼ਾਨੀਆਂ ਆ ਸਕਦੀਆਂ ਹਨ। ਸਰਵੇ ਦੇ ਵਿੱਚ ਇਹ ਪਤਾ ਚੱਲਿਆ ਹੈ ਕਿ 45% ਮਾਈਗ੍ਰੈਂਟ ਵਰਕਰਸ ਅਤੇ 35% ਇੰਟਰਨੈਸ਼ਨਲ ਗ੍ਰੈਜੂਏਟਸ ਨੂੰ ਇਸ ਨਵੇਂ ਇਮੀਗ੍ਰੇਸ਼ਨ ਪ੍ਰੋਗਰਾਮ ਤੋਂ ਬਾਹਰ ਰੱਖਿਆ ਗਿਆ ਹੈ। ਇਹ ਸਰਵੇ ਮਾਈਗ੍ਰੈਂਟ ਰਾਈਟਸ ਨੈਟਵਰਕ ਵੱਲੋਂ ਕਰਵਾਇਆ ਗਿਆ, ਜਿਸ ਦੇ ਵਿੱਚ 3000 ਦੇ ਕਰੀਬ ਮਾਈਗ੍ਰੈਂਟ ਵਰਕਰਸ ਅਤੇ ਇੰਟਰਨੈਸ਼ਨਲ ਗ੍ਰੈਜੂਏਟਸ ਨੂੰ ਪੂਰੇ ਕੈਨੇਡਾ ਦੇ ਵਿੱਚੋਂ ਸ਼ਾਮਲ ਕੀਤਾ ਗਿਆ। ਇਸ ਦੌਰਾਨ ਉਨ੍ਹਾਂ ਵੱਲੋਂ ਜਾਣਕਾਰੀ ਸਾਂਝੀ ਕੀਤੀ ਗਈ ਕਿ ਜਿਹੜੇ ਪ੍ਰੋਗਰਾਮ ਦੀ ਸ਼ੁਰੂਆਤ ਕੀਤੀ ਜਾ ਰਹੀ ਹੈ, ਉਸ ਪ੍ਰੋਗਰਾਮ ਤੱਕ ਪਹੁੰਚਣ ਦੇ ਵਾਸਤੇ ਉਨ੍ਹਾਂ ਨੂੰ ਕਈ ਤਰ੍ਹਾਂ ਦੀਆਂ ਪਰੇਸ਼ਾਨੀਆਂ ਆ ਰਹੀਆਂ ਹਨ। 67% ਦੇ ਕਰੀਬ ਅਜਿਹੇ ਇੰਟਰਨੈਸ਼ਨਲ ਵਿਦਿਆਰਥੀ ਅਤੇ ਮਾਈਗ੍ਰੈਂਟ ਵਰਕਰਸ ਹਨ, ਜਿਨ੍ਹਾਂ ਨੇ ਕਿਹਾ ਕਿ ਉਨ੍ਹਾਂ ਕੋਲ ਲੈਂਗੁਏਜ ਟੈਸਟ ਰਿਜ਼ਲਟ ਨਹੀਂ ਹਨ, ਜਿਹੜੇ ਕਿ ਅਪਲਾਈ ਕਰਨ ਦੇ ਵਾਸਤੇ ਜ਼ਰੂਰੀ ਹਨ। ਅਜਿਹੇ ਕਈ ਮਾਈਗ੍ਰੈਂਟ ਵਰਕਰ ਹਨ, ਜਿਨ੍ਹਾਂ ਵੱਲੋਂ ਆਪਣੀਆਂ ਪਰੇਸ਼ਾਨੀਆਂ ਵੀ ਸਾਂਝੀਆਂ ਕੀਤੀਆਂ ਜਾ ਰਹੀਆਂ ਨੇ। ਇਸ ਪ੍ਰੋਗਰਾਮ ਦੇ ਵਿੱਚ ਜਿਨ੍ਹਾਂ ਲੋਕਾਂ ਦੇ ਕੋਲ ਡਾਕੂਮੈਂਟ ਨਹੀਂ ਹਨ, ਜਿਹੜੇ ਰੈਫਿਊਜੀਜ਼ ਹਨ, ਜਿਹੜੇ ਵਿਦਿਆਰਥੀ ਨੇ ਅਤੇ ਜਿਹੜੇ ਕਿਬੈਕ ਦੇ ਮਾਈਗ੍ਰੈਂਟਸ ਨੇ, ਉਹਨਾਂ ਨੂੰ ਬਾਹਰ ਰੱਖਿਆ ਗਿਆ ਹੈ, ਜਿਸ ਦਾ ਮਤਲਬ ਹੈ ਕਿ ਕੁੱਲ ਮਿਲਾ ਕੇ ਅਜਿਹੇ 1 ਮਿਲੀਅਨ ਦੇ ਕਰੀਬ ਲੋਕ ਨੇ ਜਿਹੜੇ ਇਸ ਪ੍ਰੋਗਰਾਮ ਦੇ ਵਿੱਚ ਹਿੱਸਾ ਨਹੀਂ ਲੈ ਸਕਦੇ, ਜਾਣੀ ਕਿ ਇਸ ਪ੍ਰੋਗਰਾਮ ਦੇ ਵਾਸਤੇ ਅਪਲਾਈ ਨਹੀਂ ਕਰ ਸਕਦੇ। ਦੱਸ ਦਈਏ ਕਿ ਇਸ ਪ੍ਰੋਗਰਾਮ ਦੀ ਸ਼ੁਰੂਆਤ, ਜਾਣੀ ਕਿ ਇਮੀਗ੍ਰੇਸ਼ਨ ਦੇ ਨਾਲ ਸੰਬੰਧਿਤ ਨਵੇਂ ਪ੍ਰੋਗਰਾਮਾਂ ਦੀ ਸ਼ੁਰੂਆਤ ਮਈ 6 ਤੋਂ ਹੋਣ ਜਾ ਰਹੀ ਹੈ, ਜਿਸ ਦੇ ਤਹਿਤ 90,000 ਦੇ ਕਰੀਬ ਅਸੈਂਸ਼ੀਅਲ ਵਰਕਰਸ ਅਤੇ ਇੰਟਰਨੈਸ਼ਨਲ ਗ੍ਰੈਜੂਏਟਸ ਨੂੰ ਕੈਨੇਡਾ ਦੇ ਵਿੱਚ ਪੀਆਰ ਹਾਸਲ ਕਰਨ ਦਾ ਮੌਕਾ ਦਿੱਤਾ ਜਾਵੇਗਾ। ਪਰ ਜੋ ਸਰਵੇ ਇਸ ਦੇ ਨਾਲ ਸੰਬੰਧਿਤ ਸਾਹਮਣੇ ਆਇਆ ਹੈ, ਉਸ ਦੇ ਵਿੱਚ ਪਤਾ ਚੱਲਿਆ ਹੈ ਕਿ ਕਈ ਅਜਿਹੇ ਮਾਈਗ੍ਰੈਂਟ ਵਰਕਰ ਅਤੇ ਇੰਟਰਨੈਸ਼ਨਲ ਸਟੂਡੈਂਟਸ ਨੇ, ਜਿਨ੍ਹਾਂ ਨੂੰ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਡਾਕਟਰ ਬੋਨੀ ਹੈਨਰੀ ਵੱਲੋਂ ਇਹ ਜਾਣਕਾਰੀ ਦਿੱਤੀ ਗਈ ਸੀ, ਜਾਂ ਫਿਰ ਕਹਿ ਲਈਏ ਕਿ ਉਹਨਾਂ ਵੱਲੋਂ ਇਹ ਐਲਾਨ ਕੀਤਾ ਗਿਆ ਸੀ ਕਿ ਜੇਕਰ ਕਿਸੇ ਕੰਮ ਵਾਲੀ ਥਾਂ ਦੇ ਉੱਪਰ 2 ਜਾਂ 3 ਤੋਂ ਵੱਧ ਲੋਕ ਕਰੋਨਾ ਵਾਇਰਸ ਦੀ ਲਪੇਟ ਦੇ ਵਿੱਚ ਆਉਂਦੇ ਨੇ, ਤਾਂ ਉਸ ਕਾਰੋਬਾਰ ਨੂੰ ਬੰਦ ਕਰਨਾ ਹੋਵੇਗਾ। ਇਸੇ ਦੇ ਕਾਰਨ ਸਰੀ ਦੇ ਵਿੱਚ ਹੁਣ 16 ਕਾਰੋਬਾਰਾਂ ਨੂੰ ਕੁਝ ਸਮੇਂ ਦੇ ਲਈ, ਜਾਣੀ ਕਿ 10 ਦਿਨਾਂ ਦੇ ਲਈ ਬੰਦ ਕੀਤਾ ਗਿਆ। ਇਸ ਦਾ ਕਾਰਨ ਇਹੀ ਰਿਹਾ ਕਿਉਂਕਿ ਇੱਥੇ ਕਰੋਨਾ ਵਾਇਰਸ ਦੇ ਨਾਲ ਜੁੜੇ ਮਾਮਲੇ ਸਾਹਮਣੇ ਆਏ ਸਨ। ਸਰੀ ਦੇ ਵਿੱਚ ਅਜਿਹੇ 16 ਦੇ ਕਰੀਬ ਕਾਰੋਬਾਰ ਹਨ, ਜਿਹੜੇ ਕਿ ਕਰੋਨਾ ਵਾਇਰਸ ਟ੍ਰਾਂਸਮਿਸ਼ਨ ਦੇ ਚੱਲਦਿਆਂ ਬੰਦ ਪਏ ਹਨ। ਅਜਿਹੇ ਕਈ ਕਾਰੋਬਾਰ ਹਨ ਜਿਨ੍ਹਾਂ ਨੂੰ 10 ਦਿਨਾਂ ਦੇ ਵਾਸਤੇ ਬੰਦ ਕੀਤਾ ਗਿਆ, ਕਿਉਂਕਿ ਇੱਥੇ ਵਰਕਪਲੇਸ ਦੇ ਵਿੱਚ ਕਰੋਨਾ ਵਾਇਰਸ ਦੇ ਨਾਲ ਸੰਬੰਧਿਤ ਮਾਮਲੇ ਸਾਹਮਣੇ ਆਏ ਸਨ। ਅਪ੍ਰੈਲ 8 ਨੂੰ ਪ੍ਰੋਵਿੰਸ਼ੀਅਲ ਹੈਲਥ ਆਫੀਸਰ ਡਾਕਟਰ ਬੋਨੀ ਹੈਨਰੀ ਵੱਲੋਂ ਇਹ ਐਲਾਨ ਕੀਤਾ ਗਿਆ ਸੀ ਕਿ ਜਦੋਂ ਵੀ ਕਿਸੇ ਕੰਮਕਾਜ ਵਾਲੀ ਥਾਂ ਦੇ ਉੱਪਰ 3 ਜਾਂ ਫਿਰ ਜ਼ਿਆਦਾ ਲੋਕ ਕਰੋਨਾ ਵਾਇਰਸ ਦੀ ਲਪੇਟ ਦੇ ਵਿੱਚ ਆਉਣਗੇ, ਤਾਂ ਉਸ ਬਿਜ਼ਨਸ ਨੂੰ ਬੰਦ ਕਰਨਾ ਹੋਵੇਗਾ। ਮੌਜੂਦਾ ਐਕਟਿਵ ਕਲੋਜ਼ਰ ਲਿਸਟ ਦੀ ਜੇਕਰ ਗੱਲ ਕੀਤੀ ਜਾਵੇ ਤਾਂ ਮਈ 4 ਤੱਕ 16 ਅਜਿਹੇ ਬਿਜ਼ਨਸ ਹਨ, ਜਿਨ੍ਹਾਂ ਨੂੰ ਕੁਝ ਸਮੇਂ ਦੇ ਲਈ ਕਰੋਨਾ ਵਾਇਰਸ ਦੇ ਚੱਲਦਿਆਂ ਅਤੇ ਪਬਲਿਕ ਹੈਲਥ ਆਰਡਰ ਦੇ ਮੁਤਾਬਕ ਬੰਦ ਕੀਤਾ ਗਿਆ। ਇਹਨਾਂ ਵਿੱਚੋਂ 6 ਅਜਿਹੇ ਨੇ ਜਿਹੜੇ ਕਿ ਸਾਊਥ ਸਰੀ ਦੇ ਨਾਲ ਜੁੜੇ ਹੋਏ ਹਨ। ਇਸ ਦੇ ਵਿੱਚ ਕਾਰ ਡੀਲਰਸ਼ਿਪ, ਜੂਲਰ, ਇੰਸ਼ੋਰੈਂਸ ਬਿਜ਼ਨਸ, ਫਰਨੀਚਰ ਸਟੋਰ, ਇਕਵਿਪਮੈਂਟ ਸਟੋਰ, ਸਿੱਖ ਟੈਂਪਲ, ਮਸ਼ੀਨਰੀ ਬਿਜ਼ਨਸ, ਜਿਮ, ਟਰੈਵਲ ਏਜੰਸੀ, ਸ਼ੀਟ ਮੈਟਲ ਬਿਜ਼ਨਸ, ਕਿਚਨ ਸਟੋਰ, ਵਿੰਡੋ ਫੈਸਿਲਿਟੀ ਅਤੇ ਇਲੈਕਟ੍ਰੀਕਲ ਇਕਵਿਪਮੈਂਟ ਸਪਲਾਇਰ ਜਿਹੇ ਕਾਰੋਬਾਰ ਸ਼ਾਮਿਲ ਹਨ। ਭਾਰਤ ਤੇ ਬ੍ਰਿਟੇਨ ਵੱਲੋਂ ਇੱਕ ਡੀਲ ਕੀਤੀ ਗਈ ਹੈ, ਜਿਸ ਦੇ ਨਾਲ ਕਈਆਂ ਨੂੰ ਯੂਕੇ ਦੇ ਵਿੱਚ ਜਾਣ ਦਾ ਮੌਕਾ ਮਿਲੇਗਾ ਤੇ ਦੂਜੇ ਪਾਸੇ ਜਿਹੜੇ ਯੂਕੇ ਦੇ ਵਿੱਚ ਭਾਰਤੀ ਗੈਰ ਕਾਨੂੰਨੀ ਢੰਗ ਦੇ ਨਾਲ ਰਹਿ ਰਹੇ ਹਨ, ਭਾਰਤ ਉਹਨਾਂ ਨੂੰ ਵਾਪਸ ਲਵੇਗਾ। ਬਾਕੀ ਇਸ ਡੀਲ ਦੇ ਬਾਰੇ ਸਾਰੀ ਜਾਣਕਾਰੀ ਦਵਾਂਗੇ ਇਸ ਖਬਰ ਦੇ ਵਿੱਚ। ਭਾਰਤ ਵੱਲੋਂ ਬ੍ਰਿਟੇਨ ਦੇ ਨਾਲ ਇੱਕ ਸਮਝੌਤਾ ਕੀਤਾ ਗਿਆ। ਇਸ ਦੇ ਤਹਿਤ ਭਾਰਤ 3000 ਦੇ ਕਰੀਬ ਯੂਕੇ ਦੇ ਵਿੱਚ ਰਹਿ ਰਹੇ ਇਲੀਗਲ ਮਾਈਗ੍ਰੈਂਟਸ ਨੂੰ ਵਾਪਸ ਲਵੇਗਾ। ਬ੍ਰਿਟੇਨ ਅਤੇ ਭਾਰਤ ਵੱਲੋਂ ਮਾਈਗ੍ਰੇਸ਼ਨ ਅਤੇ ਮੋਬਿਲਿਟੀ ਦੇ ਬਾਰੇ ਵਿੱਚ ਇੱਕ ਸਮਝੌਤੇ ਦੇ ਉੱਪਰ ਦਸਤਖਤ ਕੀਤੇ ਗਏ। ਇਸ ਸੰਬੰਧੀ ਫੋਰਨ ਮਿਨਿਸਟਰੀ ਨੇ ਜਾਣਕਾਰੀ ਸਾਂਝੀ ਕੀਤੀ। ਉਹਨਾਂ ਦੱਸਿਆ ਕਿ ਇਸ ਸਮਝੌਤੇ ਦੇ ਨਾਲ 3000 ਭਾਰਤੀ ਪੇਸ਼ੇਵਰਾਂ ਨੂੰ ਸਾਲਾਨਾ ਫਾਇਦਾ ਮਿਲੇਗਾ ਕਿ ਉਹ ਬ੍ਰਿਟੇਨ ਜਾ ਸਕਣ, ਪਰ ਇਸ ਦੇ ਬਦਲੇ ਭਾਰਤ ਉਹਨਾਂ ਨੂੰ ਵਾਪਸ ਲਵੇਗਾ ਜਿਹੜੇ ਕਿ ਯੂਕੇ ਦੇ ਵਿੱਚ ਗੈਰ ਕਾਨੂੰਨੀ ਢੰਗ ਦੇ ਨਾਲ ਰਹਿ ਰਹੇ ਹਨ।
ਇਸ ਸਮਝੌਤੇ ਤੋਂ ਪਹਿਲਾਂ ਦੋਹਾਂ ਦੇਸ਼ਾਂ ਵੱਲੋਂ 1 ਬਿਲੀਅਨ ਪਾਉਂਡ ਦੀ ਪ੍ਰਾਈਵੇਟ ਸੈਕਟਰ ਇਨਵੈਸਟਮੈਂਟ ਦਾ ਵੀ ਐਲਾਨ ਕੀਤਾ ਗਿਆ। ਸਾਰੀ ਜਾਣਕਾਰੀ ਫੋਰਨ ਮਿਨਿਸਟਰੀ ਵੱਲੋਂ ਸਾਂਝੀ ਕੀਤੀ ਗਈ ਹੈ। ਇਹ ਵੀ ਜਾਣਕਾਰੀ ਮਿਲੀ ਹੈ ਕਿ ਲੰਡਨ ਦੇ ਵਿੱਚ 1 ਲੱਖ ਦੇ ਕਰੀਬ ਅਜਿਹੇ ਭਾਰਤੀ ਹਨ ਜਿਹੜੇ ਕਿ ਗੈਰ ਕਾਨੂੰਨੀ ਢੰਗ ਦੇ ਨਾਲ ਰਹਿ ਰਹੇ ਹਨ। ਇਸ ਦੇ ਨਾਲ ਹੀ ਦੱਸ ਦਈਏ ਕਿ ਭਾਰਤ ਤੋਂ ਹਰ ਸਾਲ 10,000 ਦੇ ਕਰੀਬ ਅਜਿਹੇ ਵਿਦਿਆਰਥੀ ਨੇ ਜਿਹੜੇ ਕਿ ਬ੍ਰਿਟੇਨ ਦੇ ਵਿੱਚ ਪੜ੍ਹਾਈ ਕਰਨ ਦੇ ਵਾਸਤੇ ਜਾਂਦੇ ਹਨ। ਸੋ ਹੁਣ ਭਾਰਤ ਵੱਲੋਂ ਬ੍ਰਿਟੇਨ ਦੇ ਨਾਲ ਇੱਕ ਸਮਝੌਤਾ ਕੀਤਾ ਗਿਆ ਜਿਸ ਦੇ ਨਾਲ ਕਈਆਂ ਨੂੰ ਯੂਕੇ ਦੇ ਵਿੱਚ ਜਾਣ ਦਾ ਮੌਕਾ ਮਿਲੇਗਾ ਅਤੇ ਕਈ ਜੋ ਉੱਥੇ ਗੈਰ ਕਾਨੂੰਨੀ ਢੰਗ ਦੇ ਨਾਲ ਰਹਿ ਰਹੇ ਨੇ ਉਹਨਾਂ ਨੂੰ ਵਾਪਸ ਬੁਲਾਇਆ ਜਾਵੇਗਾ। ਮੈਟਰੋ ਵੈਂਕੂਵਰ ਤੋਂ ਲਗਾਤਾਰ ਗੋਲੀਬਾਰੀ ਦੀਆਂ ਘਟਨਾਵਾਂ ਸਾਹਮਣੇ ਆ ਰਹੀਆਂ ਹਨ। ਤਾਜ਼ਾ ਮਾਮਲਾ ਲੈਂਗਲੀ ਤੋਂ ਸਾਹਮਣੇ ਆਇਆ ਜਿੱਥੇ ਇੱਕ ਵਿਅਕਤੀ ਦੇ ਉੱਪਰ ਗੋਲੀਆਂ ਚਲਾਈਆਂ ਗਈਆਂ ਅਤੇ ਹੁਣ ਇਸ ਸਮੇਂ ਉਹ ਹਸਪਤਾਲ ਦੇ ਵਿੱਚ ਹੈ ਜਿੱਥੇ ਉਸ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ। ਪੁਲਿਸ ਵੱਲੋਂ ਮਾਮਲੇ ਦੀ ਪੜਤਾਲ ਕੀਤੀ ਜਾ ਰਹੀ ਹੈ। ਦੱਸ ਦਈਏ ਕਿ ਮੈਟਰੋ ਵੈਂਕੂਵਰ ਤੋਂ ਇਹ ਚੌਥਾ ਮਾਮਲਾ ਹੈ ਜੋ ਗੋਲੀਬਾਰੀ ਦੇ ਨਾਲ ਸੰਬੰਧਿਤ ਸਾਹਮਣੇ ਆਇਆ। ਕੈਨੇਡਾ ਤੋਂ ਲਗਾਤਾਰ ਗੋਲੀਬਾਰੀ ਦੀਆਂ ਘਟਨਾਵਾਂ ਸਾਹਮਣੇ ਆ ਰਹੀਆਂ ਹਨ। ਹੁਣ ਇੱਕ ਮਾਮਲਾ ਲੈਂਗਲੀ ਤੋਂ ਸਾਹਮਣੇ ਆਇਆ ਜਿੱਥੇ ਇੱਥੋਂ ਦੇ ਮਾਲ ਦੇ ਬਾਹਰ ਗੋਲੀਆਂ ਚਲਾਈਆਂ ਗਈਆਂ ਜਿਸ ਦੇ ਵਿੱਚ ਇੱਕ ਵਿਅਕਤੀ ਜ਼ਖਮੀ ਹੋਇਆ ਹੈ। ਪਿਛਲੇ ਕੁਝ ਦਿਨਾਂ ਤੋਂ ਲਗਾਤਾਰ ਦਿਨ ਦਿਹਾੜੇ ਗੋਲੀ ਚੱਲਣ ਦੀਆਂ ਵਾਰਦਾਤਾਂ ਸਾਹਮਣੇ ਆ ਰਹੀਆਂ ਹਨ। ਲੈਂਗਲੀ ਤੋਂ ਜਿਹੜਾ ਇਹ ਮਾਮਲਾ ਸਾਹਮਣੇ ਆਇਆ ਇਸ ਦੀ ਜਾਂਚ RCMP ਵੱਲੋਂ ਕੀਤੀ ਜਾ ਰਹੀ ਹੈ। ਜਾਣਕਾਰੀ ਦੇ ਮੁਤਾਬਕ ਇਹ ਘਟਨਾ ਦੁਪਹਿਰੇ 3:30 ਤੇ ਵਾਪਰੀ ਹੈ ਜਿੱਥੇ ਬਿਲੋਬਰੁਕ ਮਾਲ ਦੇ ਬਾਹਰ ਗੋਲੀਆਂ ਚਲਾਈਆਂ ਗਈਆਂ। ਪੁਲਿਸ ਦੀ ਜਾਣਕਾਰੀ ਦੇ ਮੁਤਾਬਕ ਉਹਨਾਂ ਨੂੰ ਗੋਲੀ ਚੱਲਣ ਦੀਆਂ ਕਈ ਰਿਪੋਰਟਸ ਮਿਲੀਆਂ। ਜੋ ਵਿਅਕਤੀ ਇਸ ਘਟਨਾ ਦੇ ਵਿੱਚ ਜ਼ਖਮੀ ਹੋਇਆ ਹੈ ਉਸ ਨੂੰ ਹਸਪਤਾਲ ਲੈ ਕੇ ਜਾਇਆ ਗਿਆ। ਇਸ ਸਮੇਂ ਵਿਕਟਮ ਦੀ ਹਾਲਤ ਗੰਭੀਰ ਬਣੀ ਹੋਈ ਹੈ। ਅਧਿਕਾਰੀਆਂ ਵੱਲੋਂ ਜਾਣੀ ਕਿ ਆਫੀਸ਼ੀਅਲਸ ਦੇ ਵੱਲੋਂ ਇਸ ਘਟਨਾ ਨੂੰ ਟਾਰਗੇਟਡ ਦੱਸਿਆ ਗਿਆ ਹੈ। ਇਸ ਤੋਂ ਅੱਧੇ ਘੰਟੇ ਬਾਅਦ ਪੁਲਿਸ ਨੂੰ ਇੱਕ ਜਗ੍ਹਾ ਦੇ ਉੱਪਰ ਵਾਹਨ ਮਿਲਿਆ ਜਿਸ ਨੂੰ ਅੱਗ ਲਗਾਈ ਗਈ ਸੀ। ਇਹ ਵਾਹਨ ਉਹਨਾਂ ਨੂੰ ਬੇਰੀ ਫਾਰਮ ਵਿਖੇ ਮਿਲਿਆ। ਪੁਲਿਸ ਨੇ ਅਜੇ ਇਹ ਨਹੀਂ ਸਪਸ਼ਟ ਕੀਤਾ ਕਿ ਇਹਨਾਂ ਦੋਹਾਂ ਮਾਮਲਿਆਂ ਦਾ ਆਪਸ ਦੇ ਵਿੱਚ ਕੋਈ ਕਨੈਕਸ਼ਨ ਹੈ ਜਾਂ ਫਿਰ ਨਹੀਂ। ਉਹਨਾਂ ਵੱਲੋਂ ਇਸ ਸੰਬੰਧੀ ਅਜੇ ਪੜਤਾਲ ਕੀਤੀ ਜਾ ਰਹੀ ਹੈ। ਪੁਲਿਸ ਵੱਲੋਂ ਇਸ ਸੰਬੰਧੀ ਇਹ ਵੀ ਗੱਲ ਕਹੀ ਗਈ ਹੈ ਕਿ ਜੇਕਰ ਕਿਸੇ ਨੂੰ ਵੀ ਇਸ ਸੰਬੰਧੀ ਕੋਈ ਜਾਣਕਾਰੀ ਹੋਵੇ ਤਾਂ ਇਸ ਦੀ ਜਾਣਕਾਰੀ ਪੁਲਿਸ ਦੇ ਨਾਲ ਜ਼ਰੂਰ ਸਾਂਝੀ ਕੀਤੀ ਜਾਵੇ। ਜੇਕਰ ਕਿਸੇ ਕੋਲ ਕੋਈ ਡੈਸ਼ਕੈਮ ਫੁਟੇਜ ਹੈ ਤਾਂ ਉਹ ਵੀ ਪੁਲਿਸ ਦੇ ਨਾਲ ਸਾਂਝੀ ਕੀਤੀ ਜਾਵੇ। ਦੱਸ ਦਈਏ ਕਿ ਮੈਟਰੋ ਵੈਂਕੂਵਰ ਤੋਂ ਲਗਾਤਾਰ ਗੋਲੀਬਾਰੀ ਦੀਆਂ ਘਟਨਾਵਾਂ ਸਾਹਮਣੇ ਆ ਰਹੀਆਂ ਹਨ। ਬੀਤੇ ਕੁਝ ਦਿਨਾਂ ਦੌਰਾਨ ਇਹ ਚੌਥੀ ਵਾਰਦਾਤ ਹੈ ਜੋ ਮੈਟਰੋ ਵੈਂਕੂਵਰ ਤੋਂ ਸਾਹਮਣੇ ਆਈ ਹੈ। ਅਲਬਰਟਾ ਤੋਂ ਮਾਮਲਾ ਸਾਹਮਣੇ ਆਇਆ ਸੀ ਜਿੱਥੇ ਵੱਡੀ ਗਿਣਤੀ ਦੇ ਵਿੱਚ ਲੋਕਾਂ ਵੱਲੋਂ ਪ੍ਰੋਟੈਸਟ ਕੀਤਾ ਗਿਆ ਜੋ ਕਿ ਤਾਲਾਬੰਦੀ ਜਾਣੀ ਕਿ ਲਾਕਡਾਊਨ ਦੇ ਖਿਲਾਫ ਸੀ। ਇਹਨਾਂ ਲੋਕਾਂ ਵੱਲੋਂ ਪ੍ਰਦਰਸ਼ਨ ਦੇ ਦੌਰਾਨ ਮੰਗ ਕੀਤੀ ਜਾ ਰਹੀ ਸੀ ਕਿ ਜਿਹੜੇ ਲਾਕਡਾਊਨ ਨੇ ਉਹਨਾਂ ਨੂੰ ਹਟਾਇਆ ਜਾਵੇ। ਇਸ ਸੰਬੰਧੀ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦਾ ਬਿਆਨ ਸਾਹਮਣੇ ਆਇਆ। ਉਹਨਾਂ ਕਿਹਾ ਕਿ ਲੋਕ ਆਮ ਜ਼ਿੰਦਗੀ ਦੀ ਮੰਗ ਕਰ ਰਹੇ ਨੇ ਪਰ ਇਸ ਦਾ ਜਿਹੜਾ ਅਸਰ ਤੇ ਪ੍ਰਭਾਵ ਉਹ ਉਲਟ ਪੈ ਰਿਹਾ ਹੈ। ਦਰਅਸਲ ਇਹ ਲੋਕ ਚਾਹੁੰਦੇ ਨੇ ਜਲਦ ਤੋਂ ਜਲਦ ਜਿਹੜੀ ਸਥਿਤੀ ਹੈ ਉਹ ਨਾਰਮਲ ਹੋ ਜਾਵੇ ਪਰ ਜਿਸ ਤਰ੍ਹਾਂ ਇਹਨਾਂ ਵੱਲੋਂ ਪ੍ਰਦਰਸ਼ਨ ਕੀਤਾ ਜਾ ਰਿਹਾ ਇਸ ਦੇ ਨਾਲ ਵਾਇਰਸ ਦਾ ਹੋਰ ਫੈਲਾਅ ਹੋ ਸਕਦਾ ਹੈ। ਨਾਲ ਦੀ ਨਾਲ ਜਿਹੜੇ ਕਰੋਨਾ ਵਾਇਰਸ ਦੀ ਗਾਈਡਲਾਈਨਸ ਦੀ ਪਾਲਣਾ ਕਰਦੇ ਨੇ ਉਹਨਾਂ ਦਾ ਪ੍ਰਧਾਨ ਮੰਤਰੀ ਟਰੂਡੋ ਵੱਲੋਂ ਧੰਨਵਾਦ ਵੀ ਕੀਤਾ ਗਿਆ। ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੱਲੋਂ ਉਹਨਾਂ ਦੇ ਬਾਰੇ ਵਿੱਚ ਬਿਆਨ ਜਾਰੀ ਕੀਤਾ ਗਿਆ ਜਿਹੜੇ ਕਿ ਕੈਨੇਡਾ ਦੇ ਵਿੱਚ ਕਰੋਨਾ ਵਾਇਰਸ ਦੇ ਚੱਲਦਿਆਂ ਜੋ ਪਾਬੰਦੀਆਂ ਲਗਾਈਆਂ ਗਈਆਂ ਉਹਨਾਂ ਦਾ ਵਿਰੋਧ ਕਰ ਰਹੇ ਹਨ। ਪ੍ਰਧਾਨ ਮੰਤਰੀ ਨੇ ਕਿਹਾ ਕਿ ਜਿਹੜੇ ਲੋਕ ਅਜਿਹਾ ਕਰ ਰਹੇ ਹਨ ਇਸ ਦਾ ਉਲਟ ਪ੍ਰਭਾਵ ਪੈ ਰਿਹਾ ਹੈ। ਟਰੂਡੋ ਨੇ ਕਿਹਾ ਕਿ ਇਹ ਲੋਕ ਪ੍ਰਦਰਸ਼ਨ ਕਰ ਰਹੇ ਨੇ ਤਾਂ ਕਿ ਜ਼ਿੰਦਗੀ ਜਲਦ ਤੋਂ ਜਲਦ ਆਮ ਵਾਂਗ ਹੋ ਜਾਵੇ ਪਰ ਅਜਿਹਾ ਨਹੀਂ ਹੋ ਰਿਹਾ ਬਲਕਿ ਉਹਨਾਂ ਵੱਲੋਂ ਵਾਇਰਸ ਦੇ ਫੈਲਾਅ ਨੂੰ ਹੋਰ ਵਧਾਵਾ ਦਿੱਤਾ ਜਾ ਰਿਹਾ ਹੈ। ਉਧਰ ਦੂਜੇ ਪਾਸੇ ਜਿਨ੍ਹਾਂ ਵੱਲੋਂ ਕੈਨੇਡਾ ਦੇ ਵਿੱਚ ਕਰੋਨਾ ਪਾਬੰਦੀਆਂ ਦਾ ਪਾਲਣ ਸਹੀ ਢੰਗ ਦੇ ਨਾਲ ਕੀਤਾ ਜਾ ਰਿਹਾ ਹੈ ਪ੍ਰਧਾਨ ਮੰਤਰੀ ਨੇ ਉਹਨਾਂ ਦਾ ਧੰਨਵਾਦ ਕੀਤਾ ਹੈ। ਪ੍ਰੈਸ ਕਾਨਫਰੰਸ ਦੌਰਾਨ ਉਹਨਾਂ ਕਿਹਾ ਕਿ ਇਹ ਲੋਕ ਵੀ ਚਾਹੁੰਦੇ ਨੇ ਕਿ ਜਲਦ ਜ਼ਿੰਦਗੀ ਆਮ ਵਾਂਗ ਹੋ ਜਾਵੇ ਪਰ ਉਹਨਾਂ ਨੂੰ ਆਪਣੇ ਆਸ-ਪਾਸ ਵਾਲਿਆਂ ਦੀ ਵੀ ਫਿਕਰ ਹੈ। ਉਹਨਾਂ ਵੱਲੋਂ ਫਰੰਟਲਾਈਨ ਵਰਕਰਸ ਦੀ ਵੀ ਕਦਰ ਕੀਤੀ ਜਾ ਰਹੀ ਹੈ। ਦੱਸ ਦਈਏ ਕਿ ਅਲਬਰਟਾ ਦੇ ਵਿੱਚ ਇੱਕ ਵੱਡਾ ਪ੍ਰਦਰਸ਼ਨ ਕੀਤਾ ਗਿਆ ਸੀ ਜਿਸ ਦੇ ਵਿੱਚ ਲਾਕਡਾਊਨ ਵਿਰੁੱਧ ਨਾਅਰੇ ਲਗਾਏ ਗਏ ਸਨ। ਕਿਹਾ ਗਿਆ ਸੀ ਕਿ ਜਲਦ ਤੋਂ ਜਲਦ ਲਾਕਡਾਊਨ ਖਤਮ ਕੀਤਾ ਜਾਵੇ। ਇਸ ਦੇ ਉੱਪਰ ਅਲਬਰਟਾ ਦੇ ਪ੍ਰੀਮੀਅਰ ਦਾ ਵੀ ਬਿਆਨ ਆਇਆ ਸੀ। ਅਲਬਰਟਾ ਦੀ ਜੇਕਰ ਗੱਲ ਕੀਤੀ ਜਾਵੇ ਤਾਂ ਇੱਥੇ ਵੀ ਕਰੋਨਾ ਵਾਇਰਸ ਦੇ ਮਾਮਲੇ ਲਗਾਤਾਰ ਵਧਦੇ ਹੀ ਜਾ ਰਹੇ ਨੇ ਜਿਸ ਦੇ ਚੱਲਦਿਆਂ ਸਖਤੀਆਂ ਕੀਤੀਆਂ ਗਈਆਂ। ਹੁਣ ਜਿਹੜੇ ਲੋਕ ਇਹਨਾਂ ਸਖਤੀਆਂ ਦੇ ਵਿਰੁੱਧ ਆਪਣਾ ਪ੍ਰਦਰਸ਼ਨ ਕਰ ਰਹੇ ਸਨ ਉਹਨਾਂ ਦੇ ਉੱਪਰ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦਾ ਬਿਆਨ ਸਾਹਮਣੇ ਆਇਆ। Unfortunately, some people are still choosing to join large gatherings or even go out of their way to protest public health measures and disrupt vaccine appointments. But here's the thing. The reason so many Canadians are following public health measures isn't just because they want things to get back to normal.
It's because they care about their neighbors and about our frontline workers. It's because they know people who are vulnerable, people who could die if this virus keeps spreading. These protests are supposed to be about getting back to normal, but by spreading the virus, they do just the opposite and prolong lockdowns. So follow public health advice, but don't do it for me or for any politician. Do it for someone in your life that you care about. Do it because you respect your fellow Canadians. To the millions of people who are already doing this and who are stepping up to look out for those around you, thank you. As you do your part, know that we have your back. ਕਿਬੈਕ ਵੱਲੋਂ ਆਪਣੇ ਨਵੇਂ ਅਰੀਮਾ ਡਰਾਅ ਦਾ ਐਲਾਨ ਕੀਤਾ ਗਿਆ, ਜਿਸ ਦੇ ਤਹਿਤ 83 ਉਮੀਦਵਾਰਾਂ ਨੂੰ ਸੱਦੇ ਜਾਰੀ ਕੀਤੇ ਗਏ। ਦੱਸੀਏ ਕਿ ਕਿਬੈਕ ਵੱਲੋਂ ਸਾਲ ਦਾ ਇਹ ਤੀਸਰਾ ਡਰਾਅ ਹੈ ਜਿਸ ਦਾ ਐਲਾਨ ਕੀਤਾ ਗਿਆ। ਕਿਬੈਕ ਤੋਂ ਇਮੀਗ੍ਰੇਸ਼ਨ ਦੇ ਨਾਲ ਸੰਬੰਧਿਤ ਖਬਰ ਸਾਹਮਣੇ ਆਈ ਹੈ, ਜਿੱਥੇ ਕਿਬੈਕ ਵੱਲੋਂ ਅਰੀਮਾ ਡਰਾਅ ਦਾ ਐਲਾਨ ਕੀਤਾ ਗਿਆ, ਜਿਸ ਦੇ ਤਹਿਤ 83 ਇਨਵੀਟੇਸ਼ਨ ਜਾਰੀ ਹੋਏ ਹਨ। ਇਹ ਡਰਾਅ 29 ਅਪ੍ਰੈਲ ਨੂੰ ਕੱਢਿਆ ਗਿਆ, ਜਿੱਥੇ ਕਈ ਉਮੀਦਵਾਰਾਂ ਦੀ ਕਿਸਮਤ ਜਾਗੀ ਹੈ। MIFI ਵੱਲੋਂ ਰੈਗੂਲਰ ਸਕਿਲਡ ਵਰਕਰ ਪ੍ਰੋਗਰਾਮ ਦੇ ਅਧੀਨ ਉਮੀਦਵਾਰਾਂ ਨੂੰ ਸੱਦੇ ਜਾਰੀ ਕੀਤੇ ਗਏ। ਇਹ ਨਵੇਂ ਡਰਾਅ ਦੇ ਵਿੱਚ 2 ਕੈਟਾਗਰੀਜ਼ ਦੇ ਅਧੀਨ ਉਮੀਦਵਾਰਾਂ ਨੂੰ ਸੱਦੇ ਦਿੱਤੇ ਗਏ। ਇੱਕ ਉਹ ਜਿਨ੍ਹਾਂ ਦੇ ਕੋਲ ਵੈਲਿਡ ਜੌਬ ਆਫਰ ਸੀ, ਤੇ ਦੂਸਰੇ ਉਹ ਜਿਹੜੇ ਕਿਬੈਕ ਦੇ ਵਿੱਚ ਡਿਪਲੋਮੈਟ, consular officer, United Nations representative of any intergovernmental organization with operations in province and their staff ਅਧੀਨ ਕਿਬੈਕ ਦੇ ਵਿੱਚ ਹਨ। ਦੱਸੀਏ ਕਿ ਕਿਬੈਕ ਵੱਲੋਂ ਐਲਾਨ ਕੀਤਾ ਗਿਆ ਇਹ ਇਸ ਸਾਲ ਦਾ ਤੀਸਰਾ ਡਰਾਅ ਹੈ। ਇਸ ਤੋਂ ਪਹਿਲਾਂ ਮਾਰਚ 30 ਅਤੇ ਜਨਵਰੀ 16 ਨੂੰ ਡਰਾਅ ਐਲਾਨੇ ਗਏ ਸਨ, ਜਿੱਥੇ ਕੁੱਲ ਮਿਲਾ ਕੇ 386 ਉਮੀਦਵਾਰਾਂ ਦੀ ਕਿਸਮਤ ਜਾਗੀ ਸੀ। ਅਰੀਮਾ ਡਰਾਅ ਦੀ ਜੇਕਰ ਗੱਲ ਕੀਤੀ ਜਾਵੇ ਤਾਂ 2018 ਦੇ ਵਿੱਚ ਇਸ ਦੀ ਸ਼ੁਰੂਆਤ ਕੀਤੀ ਗਈ ਸੀ। ਇਸ ਅਧੀਨ ਜਿਹੜੇ ਵੀ ਉਮੀਦਵਾਰਾਂ ਦੀ ਉਮਰ 18 ਸਾਲ ਜਾਂ ਫਿਰ ਇਸ ਤੋਂ ਵੱਧ ਹੈ, ਜਿਹੜੇ ਕਿ ਕਿਬੈਕ ਦੇ ਵਿੱਚ ਇਮੀਗ੍ਰੇਟ ਕਰਨਾ ਚਾਹੁੰਦੇ ਨੇ, ਉਹਨਾਂ ਦੇ ਲਈ ਜ਼ਰੂਰੀ ਹੈ ਕਿ ਸਭ ਤੋਂ ਪਹਿਲਾਂ ਉਹਨਾਂ ਦੀ ਅਰੀਮਾ ਅਧੀਨ EOI ਪ੍ਰੋਫਾਈਲ ਹੋਵੇ, ਜਿਸ ਤੋਂ ਬਾਅਦ ਉਹਨਾਂ ਨੂੰ ਉਮੀਦਵਾਰਾਂ ਦੇ ਪੂਲ ਦੇ ਵਿੱਚ ਸ਼ਾਮਲ ਕੀਤਾ ਜਾਂਦਾ ਹੈ। ਜ਼ਿਕਰਯੋਗ ਹੈ ਕਿ ਕਿਬੈਕ ਅਤੇ ਫੈਡਰਲ ਗਵਰਨਮੈਂਟ ਵੱਲੋਂ ਇਸ ਸਮੇਂ ਇਮੀਗ੍ਰੇਸ਼ਨ ਦੇ ਵਿੱਚ ਵਾਧਾ ਕਰਨ ਵੱਲ ਧਿਆਨ ਦਿੱਤਾ ਜਾ ਰਿਹਾ ਹੈ। 2021 ਦੇ ਵਿੱਚ ਕਿਬੈਕ ਵੱਲੋਂ ਇਹ ਟੀਚਾ ਮਿਥਿਆ ਗਿਆ ਕਿ 47,500 ਨਿਊ ਕਮਰਸ ਦਾ, ਜਾਣੀ ਕਿ ਨਵੇਂ ਪ੍ਰਵਾਸੀਆਂ ਦਾ ਸਵਾਗਤ ਕੀਤਾ ਜਾਵੇ, ਜਦਕਿ ਕੈਨੇਡਾ ਦਾ ਟੀਚਾ 4 ਲੱਖ ਤੋਂ ਵੱਧ ਪ੍ਰਵਾਸੀਆਂ ਦਾ ਸਵਾਗਤ ਕੀਤਾ ਜਾਣਾ ਹੈ। ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੱਲੋਂ ਮੋਡਰਨਾ ਵੈਕਸੀਨ ਦੇ ਨਾਲ ਸੰਬੰਧਿਤ ਜਾਣਕਾਰੀ ਪ੍ਰੈਸ ਕਾਨਫਰੰਸ ਦੇ ਦੌਰਾਨ ਸਾਂਝੀ ਕੀਤੀ ਗਈ। ਮੋਡਰਨਾ ਵੈਕਸੀਨ ਵੱਲੋਂ ਆਪਣੀ ਸ਼ਿਪਮੈਂਟ ਅਗਲੇ ਹਫ਼ਤੇ ਭੇਜੀ ਜਾਣੀ ਸੀ, ਪਰ ਹੁਣ ਜਾਣਕਾਰੀ ਮਿਲੀ ਹੈ ਕਿ ਕੱਲ੍ਹ ਹੀ ਉਹਨਾਂ ਵੱਲੋਂ ਟੀਕੇ ਭੇਜੇ ਜਾਣਗੇ। ਮੋਡਰਨਾ ਵੈਕਸੀਨ ਦੇ ਬਾਰੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੱਲੋਂ ਪ੍ਰੈਸ ਕਾਨਫਰੰਸ ਦੇ ਦੌਰਾਨ ਜਾਣਕਾਰੀ ਸਾਂਝੀ ਕੀਤੀ ਗਈ। ਉਹਨਾਂ ਦੱਸਿਆ ਕਿ ਕੈਨੇਡਾ ਨੂੰ ਜਿਹੜੀ ਮੋਡਰਨਾ ਵੈਕਸੀਨ ਦੀ ਸ਼ਿਪਮੈਂਟ ਅਗਲੇ ਹਫ਼ਤੇ ਮਿਲਣ ਵਾਲੀ ਸੀ, ਉਹ ਕੈਨੇਡਾ ਨੂੰ ਕੱਲ੍ਹ ਹੀ ਮਿਲ ਜਾਵੇਗੀ। ਇਸ ਦਾ ਮਤਲਬ ਹੈ ਕਿ ਕੈਨੇਡਾ ਨੂੰ ਮੋਡਰਨਾ ਵੈਕਸੀਨ ਦੀਆਂ 1 ਮਿਲੀਅਨ ਡੋਜ਼ ਮਿਲਣ ਵਾਲੀਆਂ ਹਨ, ਜੋ ਕਿ ਪਹਿਲਾਂ 1 ਹਫ਼ਤੇ ਬਾਅਦ ਮਿਲਣੀਆਂ ਸਨ। ਇਸ ਤੋਂ ਪਹਿਲਾਂ ਮੋਡਰਨਾ ਵੱਲੋਂ ਆਪਣੀ ਸ਼ਿਪਮੈਂਟ ਦੇ ਵਿੱਚ ਦੇਰੀ ਕੀਤੀ ਜਾ ਰਹੀ ਸੀ। ਪਿਛਲੇ ਮਹੀਨੇ ਮੋਡਰਨਾ ਵੱਲੋਂ 6,50,000 ਡੋਜ਼ਸ ਭੇਜੀਆਂ ਸਨ, ਜਦਕਿ ਉਹਨਾਂ ਵੱਲੋਂ ਕੈਨੇਡਾ ਨੂੰ 1.2 ਮਿਲੀਅਨ ਡੋਜ਼ਸ ਭੇਜੀਆਂ ਜਾਣੀਆਂ ਸਨ। ਫਰਵਰੀ ਮਹੀਨੇ ਮੋਡਰਨਾ ਵੱਲੋਂ 2,30,400 ਡੋਜ਼ਸ ਭੇਜੀਆਂ ਜਾਣੀਆਂ ਸਨ, ਪਰ ਉਹਨਾਂ ਵੱਲੋਂ ਸਿਰਫ 1,80,000 ਸ਼ਾਟਸ ਭੇਜੇ ਗਏ। ਇਸ ਦੇ ਬਾਰੇ ਸਮੇਂ-ਸਮੇਂ ਦੇ ਉੱਪਰ ਜਾਣਕਾਰੀ ਪ੍ਰੋਕਿਊਰਮੈਂਟ ਮਿਨਿਸਟਰ ਅਨੀਤਾ ਆਨੰਦ ਵੱਲੋਂ ਵੀ ਸਾਂਝੀ ਕੀਤੀ ਜਾਂਦੀ ਰਹੀ ਹੈ, ਜਿੱਥੇ ਉਹਨਾਂ ਨੇ ਦੱਸਿਆ ਕਿ ਕੈਨੇਡਾ ਵੱਲੋਂ ਲਗਾਤਾਰ ਮੋਡਰਨਾ ਦੇ ਨਾਲ ਰਾਬਤਾ ਕਾਇਮ ਰੱਖਿਆ ਹੋਇਆ ਹੈ। ਹੁਣ ਤੱਕ ਕੈਨੇਡਾ ਨੂੰ 16.8 ਮਿਲੀਅਨ ਕੋਵਿਡ-19 ਡੋਜ਼ਸ ਮਿਲ ਚੁੱਕੀਆਂ ਨੇ, ਜਿਹੜੀਆਂ ਕਿ ਪ੍ਰੋਵਿੰਸਸ ਅਤੇ ਟੈਰੀਟਰੀਜ਼ ਨੂੰ ਵੰਡੀਆਂ ਜਾ ਚੁੱਕੀਆਂ ਹਨ। We have now delivered 16.8 million doses of COVID-19 vaccines to the provinces and territories. This week, just like every week in May, we're receiving 2 million doses from Pfizer alone. Already 1.3 million doses of this week's shipment have been delivered to the provinces and territories. For Moderna, we're picking up our next shipment tonight in Europe, and by tomorrow morning, 1 million Moderna doses will be on the ground in Canada. Almost all of these doses will arrive in provinces and territories by the end of the week. ਫਰੇਜ਼ਰ ਹੈਲਥ ਵੱਲੋਂ ਵੈਕਸੀਨੇਸ਼ਨ ਦੇ ਨਾਲ ਸੰਬੰਧਿਤ ਨਵੀਂ ਜਾਣਕਾਰੀ ਸਾਂਝੀ ਕੀਤੀ ਗਈ ਹੈ, ਜਿੱਥੇ ਉਹਨਾਂ ਨੇ ਇੱਕ ਨਵੇਂ ਪ੍ਰਾਇਓਰਿਟੀ ਗਰੁੱਪ ਦੀ ਜਾਣਕਾਰੀ ਦਿੱਤੀ ਹੈ, ਜਿਨ੍ਹਾਂ ਨੂੰ ਅਗਲੇ 10 ਦਿਨਾਂ ਦੇ ਵਿੱਚ ਵੈਕਸੀਨ ਲਗਾਈ ਜਾਵੇਗੀ। ਕਿਹਨਾਂ ਨੂੰ ਇਸ ਦੇ ਵਿੱਚ ਸ਼ਾਮਿਲ ਕੀਤਾ ਗਿਆ, ਜਾਣੋ ਇਸ ਖਬਰ ਤੋਂ।
ਫਰੇਜ਼ਰ ਹੈਲਥ ਵੱਲੋਂ ਰਿਸਪੌਂਡਰਸ, ਚਾਈਲਡ ਕੇਅਰ ਵਰਕਰਸ ਅਤੇ ਸਕੂਲ ਸਟਾਫ ਨੂੰ ਹੁਣ ਵੈਕਸੀਨੇਸ਼ਨ ਲਗਾਉਣ ਦੀ ਸ਼ੁਰੂਆਤ ਕੀਤੀ ਜਾ ਰਹੀ ਹੈ। ਜਿਹੜੇ ਵੀ ਚਾਈਲਡ ਕੇਅਰ ਵਰਕਰ, ਸਕੂਲ ਸਟਾਫ ਅਤੇ ਫਰਸਟ ਰਿਸਪੌਂਡਰਸ ਹਨ, ਉਹ ਕੋਵਿਡ-19 ਵੈਕਸੀਨ ਦੇ ਲਈ ਆਪਣੀ ਬੁਕਿੰਗ ਕਰਵਾ ਸਕਦੇ ਹਨ। ਫਰੇਜ਼ਰ ਹੈਲਥ ਵੱਲੋਂ ਇਸ ਦੇ ਵਿੱਚ ਪੁਲਿਸ, ਫਾਇਰ ਫਾਈਟਰ, ਸਕੂਲ ਬੇਸਡ ਵਰਕਰਸ ਅਤੇ ਚਾਈਲਡ ਕੇਅਰ ਵਰਕਰਸ ਨੂੰ ਸ਼ਾਮਿਲ ਕੀਤਾ ਗਿਆ ਹੈ। ਹੈਲਥ ਆਫੀਸ਼ੀਅਲਸ ਵੱਲੋਂ ਇਹ ਉਮੀਦ ਕੀਤੀ ਜਾ ਰਹੀ ਹੈ ਕਿ ਇਹਨਾਂ ਸਾਰਿਆਂ ਨੂੰ, ਜਾਣੀ ਕਿ ਇਸ ਪ੍ਰਾਇਓਰਿਟੀ ਗਰੁੱਪ ਨੂੰ, ਅਗਲੇ 10 ਦਿਨਾਂ ਦੇ ਵਿੱਚ ਕੋਵਿਡ-19 ਵੈਕਸੀਨ ਟੀਕਾ ਲਗਾਇਆ ਜਾਵੇਗਾ। ਹੈਲਥ ਅਥਾਰਟੀ ਵੱਲੋਂ ਇੱਕ ਸਟੇਟਮੈਂਟ ਜਾਰੀ ਕੀਤੀ ਗਈ, ਜਿਨ੍ਹਾਂ ਨੇ ਦੱਸਿਆ ਕਿ ਇਹਨਾਂ ਗਰੁੱਪ ਦੇ ਤੱਕ ਸਾਡੇ ਵੱਲੋਂ ਡਾਇਰੈਕਟ, ਜਾਣੀ ਕਿ ਸਿੱਧੀ ਪਹੁੰਚ ਬਣਾਈ ਜਾ ਰਹੀ ਹੈ, ਜਿੱਥੇ ਉਹਨਾਂ ਦੇ ਨਾਲ ਸਾਰੀ ਜਾਣਕਾਰੀ ਸਾਂਝੀ ਕੀਤੀ ਜਾਵੇਗੀ। ਫਰੇਜ਼ਰ ਹੈਲਥ ਵੱਲੋਂ ਇਹ ਹੁਣ ਟਾਰਗੇਟ ਮਿੱਥਿਆ ਗਿਆ ਹੈ ਕਿ ਜਿਨ੍ਹਾਂ ਨੂੰ ਉਹਨਾਂ ਵੱਲੋਂ ਆਪਣੇ ਇਸ ਇਮਿਊਨਾਈਜੇਸ਼ਨ ਪਲਾਨ ਦੇ ਵਿੱਚ ਸ਼ਾਮਿਲ ਕੀਤਾ ਗਿਆ, ਉਹਨਾਂ ਨੂੰ 10 ਦਿਨਾਂ ਦੇ ਵਿੱਚ ਕੋਵਿਡ-19 ਵੈਕਸੀਨ ਸ਼ਾਟ ਲਗਾਏ ਜਾਣ। ਫਰੇਜ਼ਰ ਹੈਲਥ ਵੱਲੋਂ ਇਹ ਵੀ ਜਾਣਕਾਰੀ ਦਿੱਤੀ ਗਈ ਹੈ ਕਿ ਇਸ ਤੋਂ ਪਹਿਲਾਂ ਉਹਨਾਂ ਵੱਲੋਂ ਹੋਰ ਪ੍ਰਾਇਓਰਿਟੀ ਗਰੁੱਪ ਨੂੰ ਵੈਕਸੀਨੇਸ਼ਨ ਲਗਾਈ ਜਾ ਚੁੱਕੀ ਹੈ ਤੇ ਹੁਣ ਉਹਨਾਂ ਵੱਲੋਂ ਇਸ ਗਰੁੱਪ ਨੂੰ ਵੀ ਟੀਕਾ, ਜਾਣੀ ਕਿ ਵੈਕਸੀਨੇਸ਼ਨ, ਜਲਦ ਤੋਂ ਜਲਦ ਲਗਾਈ ਜਾਵੇਗੀ। ਕੈਨੇਡਾ ਤੋਂ ਇੱਕ ਅਜਿਹਾ ਮਾਮਲਾ ਸਾਹਮਣੇ ਆਇਆ ਜਿੱਥੇ ਬ੍ਰਿਟਿਸ਼ ਕੋਲੰਬੀਆ ਦੇ 12 ਸਾਲਾ ਬੱਚੇ ਨੂੰ ਕੁਆਰੰਟੀਨ ਨਹੀਂ ਕਰਨ ਦਿੱਤਾ ਗਿਆ, ਜਾਣੀ ਕਿ ਉਸ ਨੂੰ ਕੁਆਰੰਟੀਨ ਕਰਨ ਦੇ ਵਾਸਤੇ ਕਿਹਾ ਹੀ ਨਹੀਂ ਗਿਆ। ਇਸ ਵੱਲੋਂ ਅਮਰੀਕਾ ਦੇ ਵਿੱਚ ਯਾਤਰਾ ਕੀਤੀ ਗਈ ਸੀ ਕਿਉਂਕਿ ਆਪਣੇ ਪਿਤਾ ਨੂੰ ਦੇਖਣ ਦੇ ਵਾਸਤੇ ਇਹ ਬੱਚਾ ਗਿਆ ਸੀ, ਪਰ ਜਦੋਂ ਕੈਨੇਡਾ ਵਾਪਸ ਆਇਆ ਤੇ ਅਧਿਕਾਰੀਆਂ ਨੇ ਇਸ ਨੂੰ ਕੁਆਰੰਟੀਨ ਕਰਨ ਦੇ ਲਈ ਨਹੀਂ ਕਿਹਾ। ਉਧਰ ਮਾਂ ਵੱਲੋਂ ਇਸ ਸੰਬੰਧੀ ਜਾਣਕਾਰੀ ਦਿੱਤੀ ਗਈ। ਨਾਲ ਹੀ ਅਜੇ ਤੱਕ ਇਹ ਤਾਂ ਸਪਸ਼ਟ ਨਹੀਂ ਕੀਤਾ ਗਿਆ ਕਿ ਉਸ ਨੂੰ ਇਸ ਤੋਂ ਰਾਹਤ ਕਿਉਂ ਦਿੱਤੀ ਗਈ। ਕੈਨੇਡਾ ਤੋਂ ਇੱਕ ਅਜਿਹਾ ਮਾਮਲਾ ਸਾਹਮਣੇ ਆਇਆ ਜਿੱਥੇ ਬ੍ਰਿਟਿਸ਼ ਕੋਲੰਬੀਆ ਦਾ ਰਹਿਣ ਵਾਲਾ 12 ਸਾਲਾ ਲੜਕਾ ਅਮਰੀਕਾ ਦੇ ਵਿੱਚ ਟਰੈਵਲ ਕਰਕੇ ਵਾਪਸ ਆਇਆ, ਪਰ ਉਸ ਨੂੰ ਕੁਆਰੰਟੀਨ ਕਰਨ ਦੇ ਲਈ ਨਹੀਂ ਕਿਹਾ ਗਿਆ। ਫਰੇਜ਼ਰ ਵੈਲੀ ਦੀ ਰਹਿਣ ਵਾਲੀ ਇਸ ਬੱਚੇ ਦੀ ਮਾਂ ਵੱਲੋਂ ਇਹ ਸੋਚਿਆ ਜਾ ਰਿਹਾ ਸੀ ਕਿ ਉਸ ਦਾ ਬੱਚਾ ਅਮਰੀਕਾ ਟਰੈਵਲ ਕਰਕੇ ਆਇਆ, ਪਰ ਉਸ ਨੂੰ ਕੁਆਰੰਟੀਨ ਦੇ ਲਈ ਕਿਉਂ ਨਹੀਂ ਕਿਹਾ ਗਿਆ। ਦਰਅਸਲ ਇਹ ਬੱਚਾ, ਜਿਸ ਦਾ ਨਾਮ ਐਡਨ ਹੈ, ਉਹ ਆਪਣੇ ਪਿਤਾ ਨੂੰ ਦੇਖਣ ਦੇ ਵਾਸਤੇ US ਗਿਆ ਹੋਇਆ ਸੀ। ਇਸ ਬੱਚੇ ਦੀ ਮਾਂ ਵੱਲੋਂ ਜਾਣਕਾਰੀ ਸਾਂਝੀ ਕੀਤੀ ਗਈ, ਜਿੱਥੇ ਉਸਨੇ ਦੱਸਿਆ ਕਿ ਅਸੀਂ ਕਈ ਡਾਲਰ ਇਸ ਚੀਜ਼ ਦੇ ਉੱਪਰ ਖਰਚ ਕੀਤੇ ਤਾਂ ਕਿ ਐਡਨ ਲੀਗਲੀ ਟਰੈਵਲ ਕਰ ਸਕੇ ਅਤੇ ਉਸਦੇ ਕਈ ਕੋਰੋਨਾ ਦੇ ਟੈਸਟ ਕਰਵਾਏ ਜੋ ਕਿ ਨੈਗੇਟਿਵ ਆਏ ਹਨ। ਪਰ ਜਦੋਂ ਐਡਨ ਵਾਪਸ ਆਇਆ, ਨਾ ਤੇ ਉਸ ਨੂੰ ਕੁਆਰੰਟੀਨ ਕਰਨ ਦੇ ਲਈ ਕਿਹਾ ਗਿਆ ਤੇ ਨਾ ਹੀ ਉਸ ਤੋਂ ਕੋਵਿਡ ਟੈਸਟ ਦੀ ਨੈਗੇਟਿਵ ਰਿਪੋਰਟ ਮੰਗੀ ਗਈ। ਉਸ ਦੀ ਮਾਂ ਨੇ ਦੱਸਿਆ ਕਿ ਉਹ ਆਪਣੇ ਬੱਚੇ ਨੂੰ ਲੈਣ ਦੇ ਵਾਸਤੇ 에ਅਰਪੋਰਟ ਦੇ ਉੱਪਰ ਗਈ। ਏਜੰਟ ਉਸ ਸਮੇਂ ਉੱਥੇ ਮੌਜੂਦ ਸਨ। ਉਹਨਾਂ ਨੇ ਮੈਨੂੰ ਦੇਖਦਿਆਂ ਕਿਹਾ ਕਿ ਉਹ ਤੇਰੀ ਮਾਂ ਆ ਗਈ ਹੈ ਤੇ ਤੈਨੂੰ ਈਸਟਰ ਮੁਬਾਰਕ ਹੋਵੇ। ਇਹ ਬੱਚਾ ਟੋਰਾਂਟੋ ਦੇ ਰਾਸਤੇ ਨਿਊਯਾਰਕ ਤੋਂ ਵੈਂਕੂਵਰ ਆਇਆ, ਜਿੱਥੇ ਉਸ ਤੋਂ ਟੋਰਾਂਟੋ ਦੇ ਵਿੱਚ ਵੀ ਕੁਆਰੰਟੀਨ ਪਲਾਨਸ ਦੇ ਬਾਰੇ ਵਿੱਚ ਨਹੀਂ ਪੁੱਛਿਆ ਗਿਆ। ਅਜੇ ਤੱਕ ਇਹ ਤਾਂ ਸਪਸ਼ਟ ਨਹੀਂ ਹੋ ਸਕਿਆ ਕਿ ਏਡਨ ਨੂੰ ਕਿਉਂ ਕੁਆਰੰਟੀਨ ਕਰਨ ਦੇ ਲਈ ਨਹੀਂ ਕਿਹਾ। ਅਜੇ ਤੱਕ ਇਹ ਨਹੀਂ ਪਤਾ ਚੱਲ ਸਕਿਆ ਕਿ ਉਸ ਦੀ ਉਮਰ ਦੇ ਕਰਕੇ ਉਸ ਨੂੰ ਅਜਿਹਾ ਕੀਤਾ ਗਿਆ ਜਾਂ ਫਿਰ ਇਸ ਦੇ ਪਿੱਛੇ ਕੋਈ ਹੋਰ ਕਾਰਨ ਸੀ। ਚਾਹੇ ਇਸ ਬੱਚੇ ਨੂੰ ਆਫੀਸ਼ੀਅਲ ਤਰੀਕੇ ਦੇ ਨਾਲ ਕੁਆਰੰਟੀਨ ਕਰਨ ਦੇ ਲਈ ਨਾ ਕਿਹਾ ਹੋਵੇ, ਪਰ ਫਿਰ ਵੀ ਉਸ ਵੱਲੋਂ ਆਪਣੇ ਆਪ ਨੂੰ ਆਈਸੋਲੇਟ ਕੀਤਾ ਗਿਆ। ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਅਲਰਟ ਟੈਸਟ ਇਸ ਹਫ਼ਤੇ ਕੀਤਾ ਜਾਵੇਗਾ। ਫੋਨਾਂ ਦੇ ਉੱਪਰ ਅਲਰਟ ਭੇਜਿਆ ਜਾਵੇਗਾ, ਜਿਸ ਦੇ ਨਾਲ ਜੋ ਅਲਰਟ ਰੈਡੀ ਹੈ ਉਸ ਨੂੰ ਪਰਖਿਆ ਜਾਵੇਗਾ। ਬ੍ਰਿਟਿਸ਼ ਕੋਲੰਬੀਆ ਸਰਕਾਰ ਵੱਲੋਂ ਐਮਰਜੈਂਸੀ ਅਲਰਟ ਟੈਸਟ ਇਸ ਹਫ਼ਤੇ ਕੀਤਾ ਜਾਵੇਗਾ, ਜਿਸ ਦਾ ਮਤਲਬ ਹੈ ਕਿ ਇਸ ਹਫ਼ਤੇ ਤੁਹਾਡੇ ਫੋਨ ਦੇ ਉੱਪਰ ਐਮਰਜੈਂਸੀ ਅਲਰਟ ਆ ਸਕਦਾ ਹੈ। ਹਾਲ ਹੀ ਦੇ ਵਿੱਚ ਇਹ ਜਾਣਕਾਰੀ ਸਾਹਮਣੇ ਆਈ ਸੀ, ਜਿਸ ਦੇ ਵਿੱਚ ਪਤਾ ਚੱਲਿਆ ਸੀ ਕਿ ਜਿਹੜੇ ਹਵਾਈ ਯਾਤਰਾ ਕਰਕੇ ਕੈਨੇਡਾ ਪਹੁੰਚੇ, ਉਹਨਾਂ ਵਿੱਚੋਂ ਕਰੀਬ 1.5% ਅਜਿਹੇ ਸਨ ਜਿਹੜੇ ਕਿ ਕੋਵਿਡ-19 ਪੋਜ਼ਿਟਿਵ ਪਾਏ ਗਏ ਸਨ। ਜਾਣਕਾਰੀ ਮੁਤਾਬਕ ਫਰਵਰੀ ਮਹੀਨੇ ਦੇ ਆਖਿਰ ਤੋਂ ਹੁਣ ਤੱਕ ਪੋਜ਼ਿਟਿਵ ਪਾਏ ਜਾਣ ਵਾਲਿਆਂ ਦੀ ਗਿਣਤੀ 5000 ਦੱਸੀ ਗਈ ਹੈ। ਇਨ੍ਹਾਂ ਵਿੱਚ 3700 ਦੇ ਕਰੀਬ ਅਜਿਹੇ ਯਾਤਰੀ ਸਨ ਜਿਨ੍ਹਾਂ ਦਾ ਕੈਨੇਡਾ ਲੈਂਡ ਹੋਣ ਤੋਂ ਬਾਅਦ ਕੋਰੋਨਾ ਟੈਸਟ ਕੀਤਾ ਗਿਆ ਅਤੇ ਉਹ ਕੋਰੋਨਾ ਵਾਇਰਸ ਦੀ ਲਪੇਟ ਦੇ ਵਿੱਚ ਪਾਏ ਗਏ। ਦੱਸੀਏ ਕਿ ਕੈਨੇਡਾ ਵੱਲੋਂ ਜੋ ਨਿਯਮ ਐਲਾਨੇ ਗਏ ਉਸ ਦੇ ਮੁਤਾਬਕ ਯਾਤਰਾ ਤੋਂ 72 ਘੰਟੇ ਦੇ ਵਿਚਾਲੇ ਕੋਰੋਨਾ ਟੈਸਟ ਕਰਾਉਣਾ ਹੁੰਦਾ ਹੈ ਅਤੇ ਜਿਸ ਦੀ ਰਿਪੋਰਟ ਕੈਨੇਡਾ ਪਹੁੰਚਣ ਦੇ ਉੱਪਰ ਦਿਖਾਉਣੀ ਹੁੰਦੀ ਹੈ। ਪਰ ਇਸ ਤੋਂ ਬਾਅਦ ਵੀ ਇਹ ਦੇਖਿਆ ਗਿਆ ਕਿ ਜਿਨ੍ਹਾਂ ਵੱਲੋਂ ਕੋਰੋਨਾ ਨੈਗੇਟਿਵ ਰਿਪੋਰਟ ਦਿਖਾਈ ਗਈ, ਜਦੋਂ ਉਹਨਾਂ ਦਾ ਕੈਨੇਡਾ ਪਹੁੰਚਣ ਦੇ ਉੱਪਰ ਟੈਸਟ ਕੀਤਾ ਗਿਆ ਤਾਂ ਉਹ ਕੋਵਿਡ-19 ਪੋਜ਼ਿਟਿਵ ਪਾਏ ਗਏ ਸਨ। ਇਨ੍ਹਾਂ ਵਿੱਚ 40% ਲੋਕ ਅਜਿਹੇ ਸਨ ਜਿਹੜੇ ਕਿ ਕੋਰੋਨਾ ਵੇਰੀਐਂਟ ਦੇ ਨਾਲ ਪੋਜ਼ਿਟਿਵ ਸਨ। ਹੁਣ ਇਸ ਸਭ ਨੂੰ ਧਿਆਨ ਵਿੱਚ ਰੱਖਦਿਆਂ ਹੀ ਅਲਰਟ ਨੂੰ ਪਲਾਨ ਕੀਤਾ ਜਾ ਰਿਹਾ ਹੈ। ਜੇਕਰ ਅਲਰਟ ਰੈਡੀ ਦੀ ਗੱਲ ਕੀਤੀ ਜਾਵੇ ਤਾਂ ਇਹ ਇੱਕ ਕੈਨੇਡਾ ਵਾਈਡ ਸਿਸਟਮ ਹੈ, ਜਿਸ ਦੇ ਵਿੱਚ ਕਿਸੇ ਵੀ ਸੂਬੇ ਅਤੇ ਟੈਰੀਟਰੀ ਦੇ ਅਧਿਕਾਰੀ ਅਲਰਟ ਜਾਰੀ ਕਰ ਸਕਦੇ ਹਨ। ਇਸ ਦਾ ਇਸਤੇਮਾਲ ਐਮਰਜੈਂਸੀ ਦੇ ਲਈ ਸਾਵਧਾਨ ਕਰਨ ਵਾਸਤੇ ਕੀਤਾ ਜਾਂਦਾ ਹੈ। ਸੋ
ਬ੍ਰਿਟਿਸ਼ ਕੋਲੰਬੀਆ ਸਰਕਾਰ ਵੱਲੋਂ ਇਸ ਹਫ਼ਤੇ ਹੀ ਇਸ ਦਾ ਜਾਣੀ ਕਿ ਐਮਰਜੈਂਸੀ ਅਲਰਟ ਦਾ ਟੈਸਟ ਕੀਤਾ ਜਾਵੇਗਾ। ਇਸ ਦੀ ਜਾਣਕਾਰੀ ਅਲਰਟ ਰੈਡੀ ਵੱਲੋਂ ਟਵਿੱਟਰ ਦੇ ਉੱਪਰ ਵੀ ਸਾਂਝੀ ਕੀਤੀ ਗਈ ਹੈ। ਕੈਨੇਡਾ ਵੱਲੋਂ ਹਾਲ ਹੀ ਦੇ ਵਿੱਚ ਐਲਾਨ ਕੀਤਾ ਗਿਆ ਸੀ ਕਿ ਉਹਨਾਂ ਵੱਲੋਂ ਭਾਰਤ ਦੀ ਮਦਦ ਕੀਤੀ ਜਾਵੇਗੀ। ਸਸਕੈਚੁਆਨ ਵੱਲੋਂ 100 ਵੈਂਟੀਲੇਟਰ ਭਾਰਤ ਨੂੰ ਭੇਜੇ ਜਾ ਰਹੇ ਨੇ। ਦੂਜੇ ਪਾਸੇ ਜਿਹੜੀ ਏਸ਼ੀਅਨ ਕਮਿਊਨਿਟੀ ਹੈ ਉਹਨਾਂ ਵੱਲੋਂ ਸਲਾਹ ਦਿੱਤੀ ਜਾ ਰਹੀ ਹੈ ਕਿ ਜਿਹੜੇ ਕੈਨੇਡਾ ਨੂੰ ਭਾਰਤ ਤੋਂ ਵੈਕਸੀਨ ਆਉਣੇ ਸਨ, ਜਾਣੀ ਕਿ ਸੀਰਮ ਇੰਸਟੀਚਿਊਟ ਤੋਂ ਵੈਕਸੀਨ ਆਉਣੇ ਸਨ, ਉਹ ਭਾਰਤ ਨੂੰ ਗਿਫਟ ਦੇ ਤੌਰ ਦੇ ਉੱਪਰ ਵਾਪਸ ਦਿੱਤੇ ਜਾਣ। ਉਧਰ ਨਾਲ ਦੀ ਨਾਲ ਇਸ ਖਬਰ ਦੇ ਵਿੱਚ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਾਂਗੇ ਕਿ ਕੈਨੇਡਾ ਦੇ ਕਿਸ ਹਿੱਸੇ ਤੋਂ ਕਿੰਨੇ ਕਰੋਨਾ ਵਾਇਰਸ ਦੇ ਮਾਮਲੇ ਸਾਹਮਣੇ ਆਏ, ਜਾਣੀ ਕਿ ਦੱਸਾਂਗੇ ਕਿ ਇਸ ਸਮੇਂ ਕੈਨੇਡਾ ਦੇ ਵਿੱਚ ਕੀ ਹਨ ਮੌਜੂਦਾ ਹਾਲਾਤ। ਹਾਲ ਹੀ ਦੇ ਵਿੱਚ ਕੈਨੇਡਾ ਸਰਕਾਰ ਵੱਲੋਂ ਐਲਾਨ ਕੀਤਾ ਗਿਆ ਕਿ ਉਹਨਾਂ ਵੱਲੋਂ ਭਾਰਤ ਨੂੰ ਕਰੋਨਾ ਵਾਇਰਸ ਦੇ ਦੌਰਾਨ ਮਦਦ ਭੇਜੀ ਜਾਵੇਗੀ। ਇਸ ਸੰਬੰਧੀ ਸਸਕੈਚੁਆਨ ਤੋਂ ਵੀ ਇੱਕ ਖਬਰ ਸਾਹਮਣੇ ਆਈ ਹੈ, ਜਿੱਥੇ ਸਸਕੈਚੁਆਨ ਵੱਲੋਂ ਭਾਰਤ ਨੂੰ 100 ਵੈਂਟੀਲੇਟਰ ਭੇਜੇ ਜਾਣਗੇ। ਇਸ ਦੇ ਵਿੱਚ 30 ਕ੍ਰਿਟੀਕਲ ਕੇਅਰ ਅਤੇ 70 ਸਬਅਕਿਊਟ ਵੈਂਟੀਲੇਟਰ ਹਨ ਜਿਹੜੇ ਭਾਰਤ ਨੂੰ ਭੇਜੇ ਜਾ ਰਹੇ ਹਨ। ਇਸ ਸਮੇਂ ਭਾਰਤ ਦੇ ਵਿੱਚ ਕਰੋਨਾ ਵਾਇਰਸ ਦੇ ਜੋ ਹਾਲਾਤ ਨੇ, ਇਸ ਦੇ ਚੱਲਦਿਆਂ ਸਾਊਥ ਏਸ਼ੀਅਨ ਕਮਿਊਨਿਟੀ ਵੱਲੋਂ ਵੀ ਸੁਝਾਅ ਦਿੱਤੇ ਜਾ ਰਹੇ ਨੇ। ਉਹਨਾਂ ਵੱਲੋਂ ਕਿਹਾ ਜਾ ਰਿਹਾ ਹੈ ਕਿ ਜਿਹੜੀ ਕੈਨੇਡਾ ਨੂੰ 1.5 ਮਿਲੀਅਨ ਵੈਕਸੀਨ ਸੀਰਮ ਇੰਸਟੀਚਿਊਟ ਤੋਂ ਆਉਣ ਵਾਲੀ ਹੈ, ਉਹ ਭਾਰਤ ਨੂੰ ਗਿਫਟ ਦੇ ਤੌਰ ਦੇ ਉੱਪਰ ਵਾਪਸ ਦੇ ਦਿੱਤੀ ਜਾਵੇ। ਇਸ ਦੇ ਨਾਲ ਹੀ ਕੈਨੇਡਾ ਦੇ ਵੱਖ-ਵੱਖ ਸੂਬਿਆਂ ਤੋਂ ਕਰੋਨਾ ਵਾਇਰਸ ਦੇ ਮਾਮਲਿਆਂ ਦੀ ਜੇਕਰ ਗੱਲ ਕੀਤੀ ਜਾਵੇ ਤਾਂ ਓਨਟਾਰੀਓ ਦੇ ਵਿੱਚ ਅੱਜ ਕਰੋਨਾ ਵਾਇਰਸ ਦੇ ਮੁਕਾਬਲੇ ਆਮ ਦਿਨਾਂ ਨਾਲੋਂ ਘੱਟ ਸਾਹਮਣੇ ਆਏ। ਓਨਟਾਰੀਓ ਤੋਂ 24 ਘੰਟਿਆਂ ਦੌਰਾਨ 2791 ਨਵੇਂ ਮਾਮਲਿਆਂ ਦੀ ਪੁਸ਼ਟੀ ਹੋਈ ਹੈ। ਇਸ ਤੋਂ ਬਾਅਦ ਹੁਣ ਤੱਕ ਕੁੱਲ ਮਿਲਾ ਕੇ ਓਨਟਾਰੀਓ ਦੇ ਵਿੱਚ 4,76,692 ਮਾਮਲੇ ਸਾਹਮਣੇ ਆ ਚੁੱਕੇ ਹਨ। ਟੋਰਾਂਟੋ ਤੋਂ 931, ਪੀਲ ਰੀਜਨ ਤੋਂ 653, ਯਾਰਕ ਰੀਜਨ ਤੋਂ 275 ਮਾਮਲਿਆਂ ਦੀ ਪੁਸ਼ਟੀ ਹੋਈ ਹੈ। ਬੀਤੇ 24 ਘੰਟਿਆਂ ਦੌਰਾਨ ਇਸ ਪ੍ਰੋਵਿੰਸ ਦੇ ਵਿੱਚ 25 ਮੌਤਾਂ ਹੋਈਆਂ, ਜਿਸ ਦੇ ਨਾਲ ਹੁਣ ਤੱਕ ਦਾ ਅੰਕੜਾ 8,143 ਹੋ ਗਿਆ। ਜਾਣਕਾਰੀ ਮੁਤਾਬਕ ਇਸ ਸਮੇਂ ਓਨਟਾਰੀਓ ਦੇ ਵਿੱਚ 2,167 ਦੇ ਕਰੀਬ ਮਰੀਜ਼ ਹਸਪਤਾਲ ਦੇ ਵਿੱਚ ਹਨ, ਜਿਨ੍ਹਾਂ ਵਿੱਚੋਂ 886 ਇੰਟੈਂਸਿਵ ਕੇਅਰ ਅਧੀਨ ਅਤੇ 609 ਵੈਂਟੀਲੇਟਰ ਦੇ ਉੱਪਰ ਨੇ। ਕਿਬੈਕ ਤੋਂ 24 ਘੰਟਿਆਂ ਦੌਰਾਨ 797 ਕਰੋਨਾ ਵਾਇਰਸ ਦੇ ਮਾਮਲਿਆਂ ਦੀ ਪੁਸ਼ਟੀ ਹੋਈ। ਇਸ ਦੇ ਨਾਲ ਹੀ 16 ਲੋਕਾਂ ਦੀ ਜਾਨ ਇਸ ਵਾਇਰਸ ਦੇ ਕਾਰਨ ਚਲੀ ਗਈ। ਕਿਬੈਕ ਦੇ ਵਿੱਚ ਹੁਣ ਤੱਕ 3,53,775 ਦੇ ਕਰੀਬ ਕੁੱਲ ਮਾਮਲੇ ਸਾਹਮਣੇ ਆ ਚੁੱਕੇ ਹਨ ਅਤੇ ਹੁਣ ਤੱਕ ਮੌਤਾਂ ਦਾ ਅੰਕੜਾ 10,959 ਦੇ ਕਰੀਬ ਹੈ। ਇਸ ਦੇ ਨਾਲ ਹੀ ਹਸਪਤਾਲ ਦੇ ਵਿੱਚ ਮਰੀਜ਼ਾਂ ਦੀ ਗੱਲ ਕੀਤੀ ਜਾਵੇ ਤਾਂ 594 ਦੇ ਕਰੀਬ ਹਨ, ਜਿਨ੍ਹਾਂ ਵਿੱਚੋਂ 155 ਇੰਟੈਂਸਿਵ ਕੇਅਰ ਅਧੀਨ ਹਨ। ਮੈਨੀਟੋਬਾ ਦੇ ਵਿੱਚ 2 ਹੋਰ ਨਵੇਂ ਸਕੂਲ ਆਊਟਬ੍ਰੇਕਸ ਦਾ ਐਲਾਨ ਕੀਤਾ ਗਿਆ। ਇਸ ਦੇ ਨਾਲ ਹੀ 291 ਮਾਮਲਿਆਂ ਦੀ ਵੀ ਪੁਸ਼ਟੀ ਹੋਈ ਹੈ। ਕੈਨੇਡਾ ਦੇ ਵਿੱਚ ਹੁਣ ਤੱਕ 1.25 ਮਿਲੀਅਨ ਦੇ ਕਰੀਬ ਕੁੱਲ ਕਰੋਨਾ ਮਾਮਲੇ ਸਾਹਮਣੇ ਆ ਚੁੱਕੇ ਨੇ। 24,385 ਦੇ ਕਰੀਬ ਹੁਣ ਤੱਕ ਇਸ ਵਾਇਰਸ ਦੇ ਕਾਰਨ ਜਾਨਾਂ ਜਾ ਚੁੱਕੀਆਂ ਨੇ। ਇਸ ਦੇ ਨਾਲ ਹੀ 1.14 ਮਿਲੀਅਨ ਦੇ ਕਰੀਬ ਕੈਨੇਡਾ ਦੇ ਵਿੱਚ ਰਿਕਵਰਡ ਕਰੋਨਾ ਵਾਇਰਸ ਦੇ ਮਾਮਲੇ ਹਨ। ਇਸ ਦੇ ਨਾਲ ਹੀ ਜਾਂਦੇ ਇੱਕ ਵਾਰ ਫਿਰ ਤੋਂ ਝਾਤ ਮਾਰਦੇ ਹਾਂ ਅੱਜ ਦੀਆਂ ਚੋਣਵੀਆਂ ਖਬਰਾਂ ਦੇ ਉੱਪਰ। ਟੋਰਾਂਟੋ ਤੇ ਵੈਂਕੂਵਰ ਆਉਣ ਵਾਲੀ ਯਾਤਰੀਆਂ ਨੂੰ ਜੁਰਮਾਨੇ, 500 ਤੋਂ ਵੱਧ ਯਾਤਰੀਆਂ ਨੂੰ ਟਿਕਟਾਂ ਜਾਰੀ। ਮੈਕਸੀਕੋ ਸਿਟੀ ਹਾਦਸੇ ਦੇ ਉੱਪਰ ਟਰੂਡੋ ਵੱਲੋਂ ਦੁੱਖ ਦਾ ਪ੍ਰਗਟਾਵਾ, ਪੀੜਤਾਂ ਦੇ ਪਰਿਵਾਰ ਦੇ ਨਾਲ ਕੀਤਾ ਦੁੱਖ ਸਾਂਝਾ। ਪ੍ਰਵਾਸੀ ਕਾਮਿਆਂ ਤੇ ਅੰਤਰਰਾਸ਼ਟਰੀ ਵਿਦਿਆਰਥੀ ਨਵੇਂ ਇਮੀਗ੍ਰੇਸ਼ਨ ਪ੍ਰੋਗਰਾਮ ਤੋਂ ਬਾਹਰ, ਕਈਆਂ ਨੂੰ ਆ ਰਹੀਆਂ ਪਰੇਸ਼ਾਨੀਆਂ, ਸਰਵੇ ਦੇ ਵਿੱਚ ਹੋਇਆ ਖੁਲਾਸਾ। ਸਰੀ 'ਚ ਬੰਦ ਹੋਏ 16 ਕਾਰੋਬਾਰ, ਕਰੋਨਾ ਮਾਮਲੇ ਆਉਣ ਤੋਂ ਬਾਅਦ ਕੀਤੇ ਬੰਦ। ਹੁਣ ਬ੍ਰਿਟੇਨ ਜਾਣ ਦਾ ਭਾਰਤੀਆਂ ਦੇ ਕੋਲ ਸੁਨਹਿਰੀ ਮੌਕਾ, ਕਈ ਗੈਰ ਕਾਨੂੰਨੀ ਰਹਿਣ ਵਾਲੇ ਆਉਣਗੇ ਭਾਰਤ ਵਾਪਸ। ਲੈਂਗਲੀ ਦੇ ਵਿੱਚ ਚੱਲੀਆਂ ਗੋਲੀਆਂ, ਵਿਅਕਤੀ ਦੀ ਹਾਲਤ ਗੰਭੀਰ। ਖਬਰਾਂ ਦੇ ਇਸ ਬੁਲੇਟਿਨ ਦੇ ਵਿੱਚ ਇੰਨਾ ਹੀ। ਨਵੀਆਂ ਤੇ ਤਾਜ਼ੀਆਂ ਖਬਰਾਂ ਲੈ ਕੇ ਫਿਰ ਤੋਂ ਹਾਜ਼ਰ ਹੋਵਾਂਗੇ। ਫਿਲਹਾਲ ਮੈਨੂੰ ਇੰਦਰਪ੍ਰੀਤ ਕੌਰ ਪੰਨੂ ਨੂੰ ਦਿਓ ਇਜਾਜ਼ਤ ਤੇ ਤੁਸੀਂ ਵੇਖਦੇ ਰਹੋ ਟੀਵੀ ਪੰਜਾਬ।